ਮਹੱਲਾ ਪੰਜਵਾ। ਜਾ ਕੈ ਦਰਸ ਪਾਪ ਕੋਟ ਉਤਾਰੇ। ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੂਈ ਰਾਗਣੀ ਦੇ ਅੰਦਰ, ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਉੱਚੀ ਤੇ ਸੁੱਚੀ ਸੰਗਤ ਤੇ ਜਿਹੜੀ ਉਸ ਦੀ ਵਡਿਆਈ ਕੀਤੀ ਹੈ, ਜਿਨ੍ਹਾਂ ਦੇ ਦਰਸ਼ਨਾਂ ਦੇ ਨਾਲ ਮਨੁੱਖ ਦੇ ਜਿਹੜੇ ਪਾਪ ਨੇ ਨਾ, ਇਹ ਦੂਰ ਹੋ ਜਾਂਦੇ ਨੇ। ਕਿਵੇਂ ਦੂਰ ਹੁੰਦੇ ਨੇ? ਜਿਵੇਂ ਕੋਈ ਮਨੁੱਖ ਹੈ, ਉਹਦੇ ਅੰਦਰ ਕੋਈ ਬੁਰਾਈ ਚੱਲ ਰਹੀ ਹੈ, ਕੋਈ ਵਕਾਰ ਚੱਲ ਰਿਹਾ ਹੈ, ਤੇ ਉਹ ਆਪਣੀ ਅੰਦਰ ਦੀ ਚੱਲ ਰਹੀ ਬੁਰਾਈ ਨੂੰ, ਵਕਾਰ ਨੂੰ ਨਾ ਅਮਲੀ ਰੂਪ ਦੇਣਾ ਚਾਹੁੰਦਾ ਹੈ। ਅਚਨਚੇਤ ਉਹਦੀ ਸੰਗਤ ਜਿਹੜੀ ਕਿਸੇ ਗੁਰਮੁਖ ਪਿਆਰੇ ਦੇ ਨਾਲ ਹੋ ਗਈ ਹੈ। ਜਦੋਂ ਗੁਰਮੁਖ ਪਿਆਰੇ ਦੇ ਨਾਲ ਸੰਗਤ ਹੋ ਗਈ ਹੈ ਤੇ ਉਸਨੇ ਉਸਦੇ ਖਿਆਲ ਹੀ ਬਦਲ ਦੇਣੇ ਨੇ। ਜਦੋਂ ਕਿਸੇ ਗੁਰਮੁਖ ਪਿਆਰੇ ਦੇ ਦਰਸ਼ਨ ਹੋ ਗਏ ਨੇ, ਗੁਰਮੁਖ ਪਿਆਰੇ ਦੀ ਸੰਗਤ ਹੋਈ ਹੈ, ਤੇ ਉਸਨੇ ਉਸਦੇ ਇਹ ਬੁਰੇ ਖਿਆਲ ਨੇ ਨਾ ਜਿਹੜੇ, ਇਹ ਬਦਲ ਦੇਣੇ ਨੇ। ਕਿਉਂਕਿ ਮਨੁੱਖ ਦਾ ਮਨ ਹੈ ਜਿਹੜਾ, ਇਹ ਵਿਚਾਰਾਂ ਦਾ ਸਮੂਹ, ਇਹਦੇ ਵਿੱਚ ਵਿਚਾਰਾਂ ਚੱਲਦੀਆਂ ਰਹਿੰਦੀਆਂ ਨੇ। ਕੋਈ ਨਾ ਕੋਈ ਵਿਚਾਰ ਚੱਲਦੀ ਹੈ, ਤੇ ਉਹ ਵਿਚਾਰ ਜਿਹੜੀ ਉਹ ਚੰਗੀ ਵੀ ਹੋ ਸਕਦੀ ਹੈ ਤੇ ਮਾੜੀ ਵੀ ਹੋ ਸਕਦੀ ਹੈ। ਜਿਸ ਤਰ੍ਹਾਂ ਦੀ ਸਾਡੇ ਅੰਦਰ ਦੀ ਵਿਚਾਰ ਹੈ, ਉਸ ਤਰ੍ਹਾਂ ਦੀ ਸਾਡਾ ਜੀਵਨ ਹੈ। ਜੇ ਸਾਡੇ ਅੰਦਰ, ਜੇ ਅਸੀਂ ਵੇਖਣਾ ਨਾ ਵੀ ਅਸੀਂ ਕਿੱਥੇ ਖੜੇ ਹਾਂ, ਸਾਡਾ ਜੀਵਨ ਕਿਸ ਤਰ੍ਹਾਂ ਦਾ ਹੈ, ਤੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਆਪਣੇ ਅੰਦਰ ਦੀਆਂ ਚੱਲ ਰਹੀਆਂ ਵਿਚਾਰਾਂ ਨੇ ਜਿਹੜੀਆਂ, ਬਸ ਉਹਨਾਂ ਨੂੰ ਥੋੜ੍ਹਾ ਖੜ ਕੇ ਸਮਝ ਲੈ ਵੀ ਹੁਣ ਮੈਂ ਆਹ ਵਿਚਾਰ ਮੇਰੇ ਅੰਦਰ ਚੱਲ ਰਹੀ ਹੈ, ਤੇ ਫਿਰ ਮੇਰਾ ਜੀਵਨ ਵੀ ਇਸੇ ਤਰ੍ਹਾਂ ਦਾ ਹੈ। ਆਪਾਂ ਸਾਰੀ WhatsApp ਚਲਾਉਂਦੇ ਹਾਂ, ਮੈਂ ਵੀ ਚਲਾਉਂਦਾ, ਤੁਸੀਂ ਵੀ ਚਲਾਉਂਦੇ ਹੋ। ਇਹਦੇ 'ਚ ਇੱਕ ਫੰਕਸ਼ਨ ਹੁੰਦਾ, ਉਹਨੂੰ ਕਹਿੰਦੇ ਨੇ ਸਟੇਟਸ। ਤੇ ਉਹ ਸਟੇਟਸ ਹੈ ਨਾ ਜਿਹੜਾ, ਉਹ ਤਕਰੀਬਨ ਸਾਰੇ ਹੀ ਪਾਉਂਦੇ ਨੇ। ਤੇ ਹੁਣ ਮੈਂ ਦੱਸਣਾ ਕੀ ਚਾਹੁੰਦਾ, ਇਹਦੀ ਜਿਹੜੀ ਪੰਜਾਬੀ ਹੈ ਜਾਂ ਹਿੰਦੀ ਹੈ, ਉਹ ਇਹ ਬਣਦੀ ਹੈ ਵੀ ਮੈਂ ਹੈ ਕਿਸ ਤਰ੍ਹਾਂ ਦਾ। ਮੈਂ ਸਟੇਟ ਤੋਂ ਸਟੇਟਸ ਬਣਿਆ, ਮੈਂ ਹੈ ਕਿਸ ਤਰ੍ਹਾਂ ਦਾ। ਹੁਣ ਜਿਸ ਤਰ੍ਹਾਂ ਦੇ ਅਸੀਂ ਹੁੰਨੇ, ਉਸ ਤਰ੍ਹਾਂ ਦਾ ਸਟੇਟਸ ਪਾ ਦਿੰਦੇ ਹਾਂ। ਮੈਂ ਗਿਆਨੀ ਸਿੰਘ ਹਾਂ, ਸਟੇਟਸ ਮੈਂ ਪਾਇਆ ਕਿਸੇ ਗਾਉਣ ਵਾਲੀ ਦਾ, ਤੇ ਫਿਰ ਮੈਂ ਖੜਾ ਕਿੱਥੇ ਹਾਂ, ਮੇਰੇ ਅੰਦਰ ਦੇ ਖਿਆਲ ਕੀ ਨੇ। ਉੱਤੋਂ ਲੋਕ ਮੈਨੂੰ ਗਿਆਨੀ ਸਿੰਘ ਆਖਦੇ ਨੇ, ਬਾਬਾ ਜੀ ਆਖਦੇ ਨੇ, ਤੇ ਸਟੇਟਸ ਮੇਰੇ ਨੇ ਜਿਹੜੇ, ਉਹ ਵੇਖ ਕੇ ਫਿਰ ਲੋਕ ਆਖਣਗੇ ਬਾਬਾ ਜੀ ਨੇ ਸਟੇਟਸ ਵੇਖੋ ਕਿਵੇਂ ਦਾ ਪਾਇਆ। ਆਖਣ ਦੀ ਲੋੜ ਨਹੀਂ, ਬਸ ਤੁਸੀਂ ਸਮਝ ਲਓ ਮੈਂ ਹੈ ਹੀ ਇਸ ਤਰ੍ਹਾਂ ਦਾ। ਸਟੇਟਸ ਦਾ ਮਤਲਬ ਇਹ ਹੁੰਦਾ ਹੈ ਮੈਂ ਕਿੱਥੇ ਖੜਾ, ਕਿਸ ਤਰ੍ਹਾਂ ਦਾ ਵਾਂ, ਮੇਰੇ ਖਿਆਲ ਕਿਸ ਤਰ੍ਹਾਂ ਦੇ ਨੇ। ਕਹਿਣ ਦੀ ਗੱਲ ਹੋ ਰਹੀ, ਅੰਦਰ ਦੀ ਗੱਲ ਹੋ ਰਹੀ। ਹੁਣ ਅੰਦਰ ਜਿਹੜਾ ਮਨੁੱਖ ਦਾ ਜਿਸ ਤਰ੍ਹਾਂ ਦੀਆਂ ਵਿਚਾਰਾਂ ਚੱਲਦੀਆਂ ਨੇ, ਉਹਦਾ ਜੀਵਨ ਉਸੇ ਤਰ੍ਹਾਂ ਦਾ। ਉੱਤੋਂ ਜੀਵਨ ਜਿਹੜਾ ਨਾ, ਉਹ ਭਾਵੇਂ ਜਿਵੇਂ ਮਰਜ਼ੀ ਬਣਾ ਲਏ, ਉਹ ਹੱਥ ਨਾਲ ਬਣ ਜਾਂਦਾ, ਸੰਵਰ ਜਾਂਦਾ। ਅੰਦਰੋਂ ਮਨ ਦੇ ਨਾਲ ਸੰਵਰਨਾ ਹੈ, ਮਨ ਦੇ ਨਾਲ ਬਣਨਾ ਹੈ। ਸੋ ਇਸ ਤਰ੍ਹਾਂ ਕਈ ਵਾਰੀ ਸਾਡੇ ਅੰਦਰ ਗਲਤ ਖਿਆਲ ਚੱਲਦੇ ਹੁੰਦੇ ਨੇ। ਕੋਈ ਗੁਰਮੁਖ ਪਿਆਰਾ ਹੁੰਦਾ, ਉਹਦੇ ਦਰਸ਼ਨ ਹੋ ਜਾਂਦੇ ਨੇ। ਜਦੋਂ ਉਹਦੇ ਦਰਸ਼ਨ ਹੁੰਦੇ ਨੇ ਤੇ ਉਹਦਾ ਮਨ ਬੜਾ ਸ਼ੁੱਧ ਹੈ, ਉਹਦੇ ਮਨ ਦੇ ਵਿੱਚ ਚੰਗੀਆਂ ਵਿਚਾਰਾਂ ਚੱਲਦੀਆਂ ਨੇ। ਗੁਰਮੁਖ ਪਿਆਰਾ ਹੈ, ਤੇ ਉਹਦੇ ਦਰਸ਼ਨਾਂ ਦੇ ਨਾਲ ਫਿਰ ਸਾਡਾ ਮਨ ਹੈ ਜਿਹੜਾ, ਮਨ ਦੇ ਜਿਹੜੇ ਪਾਪ ਚੱਲ ਰਹੇ ਨੇ ਨਾ ਅੰਦਰ, ਇਹ ਸਾਰੇ ਉਤਰ ਜਾਂਦੇ ਨੇ। ਇਹ ਗੱਲ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ। ਸੰਗਤ ਤੇ ਇਹ ਵਾੜ ਹੁੰਦੀ ਹੈ। ਇੱਕ ਗ੍ਰੰਥ ਹੈ ਚਾਣਕੇ ਰਾਜਨੀਤੀ, ਇਹਦੇ ਵਿੱਚ ਮੈਨੂੰ ਥੋੜ੍ਹੀ ਜਿਹੀ ਤੁਕ ਜ਼ਰੂਰ ਵਿਸਰ ਗਈ ਹੈ। ਬੜਾ ਸੋਹਣਾ ਖਿਆਲ ਉਹਨੇ ਲਿਖਿਆ। ਇਹ ਲਿਖਿਆ ਹਰ ਸਿੰਘ ਦਾ। ਵਾਹਿਗੁਰੂ ਜੀ। ਧੰਨ ਗੁਰੂ ਮਹਾਰਾਜ ਜੀ ਦੇ 52 ਕਵੀ ਹੁੰਦੇ ਸਨ। ਉਹਨਾਂ ਕਵੀਆਂ ਦੇ ਵਿੱਚ ਇੱਕ ਕਵੀ ਸੀ, ਉਹ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਉਦੋਂ ਪਹਿਲੋਂ ਹੀ ਇਹ ਗੁਜਰਾਤ ਵਾਲੇ ਪਾਸੇ ਇੱਧਰ ਨੂੰ ਨਿਕਲ ਗਿਆ ਸੀ। ਤੇ ਉਹਨੇ ਇਹ ਕੁਟਾਲਿਆ ਨੀਤੀ ਜਿਹੜੀ, ਉਹਦਾ ਉਲੱਥਾ ਕੀਤਾ ਸੀ। ਤੇ ਉਹਦੇ ਵਿੱਚ ਇਹ ਲਿਖਿਆ ਹੈ ਭਈ ਜਿਹੜਾ ਮਨੁੱਖ ਜ਼ਿਆਦਾ ਘੁੰਮਦਾ ਹੈ, ਜ਼ਿਆਦਾ ਅਵਾਰਾਗਰਦੀ ਕਰਦਾ ਹੈ ਨਾ, ਉਹਦਾ ਜੀਵਨ ਉੱਚਾ ਤੇ ਸੁੱਚਾ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਉਹਨੇ ਫਿਰ ਅੱਗੇ ਬੜਾ ਸੁੰਦਰ ਦ੍ਰਿਸ਼ਟਾਂਤ ਵੀ ਦਿੱਤਾ। ਜਿਵੇਂ ਵੇਖੋ, ਆਪਾਂ ਗੁਰੂ ਘਰ ਰਹਿੰਦੇ ਹਾਂ,
ਘਰ ਜਿਹੜਾ ਵੀ ਆਏਗਾ ਨਾ, ਉਹ ਸ਼ੁੱਧ ਬਿਰਤੀ ਦੇ ਨਾਲ ਹੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏਗਾ। ਸੇਵਾ ਭਾਵਨਾ ਨਾਲ ਆਏਗਾ, ਦਰਸ਼ਨ ਕਰਨ ਦੀ ਭਾਵਨਾ ਨਾਲ ਆਏਗਾ, ਦਾਨ ਕਰਨ ਦੀ ਭਾਵਨਾ ਨਾਲ ਆਏਗਾ। ਉਹਦੀਆਂ ਅੰਦਰ ਦੀਆਂ ਭਾਵਨਾ ਬੜੀਆਂ ਸ਼ੁੱਧ ਹੋਣਗੀਆਂ। ਤੇ ਜਿਹੜਾ ਬਾਜ਼ਾਰ ਦੇ ਵਿੱਚ ਵਿਚਰੇਗਾ ਜਾਂ ਬਾਹਰ ਵਿਚਰੇਗਾ ਨਾ, ਉਹਦੀ ਭਾਵਨਾ ਹੋ ਸਕਦਾ ਸ਼ੁੱਧ ਨਾ ਹੋਵੇ, ਕਿਸੇ ਹੋਰ ਖਿਆਲ ਦਾ, ਉਹਦੇ ਕੱਪੜਿਆਂ ਦਾ ਭਰਾਵਾ। ਤੇ ਫਿਰ ਜਦੋਂ ਅਸੀਂ ਲੋੜ ਤੋਂ ਜ਼ਿਆਦਾ ਬਾਹਰ ਘੁੰਮਾਂ ਫਿਰਾਂਗੇ, ਬਾਹਰ ਅਵਾਰਾਗਰਦੀ ਕਰਾਂਗੇ, ਤੇ ਫਿਰ ਉਸ ਅਵਾਰਾਗਰਦੀ ਦੇ ਵਿੱਚ ਸਾਨੂੰ ਉਸ ਤਰ੍ਹਾਂ ਦੇ ਪ੍ਰਾਣੀਆਂ ਦੀ ਸੰਗਤ ਵੀ ਪ੍ਰਾਪਤ ਹੋਏਗੀ, ਤੇ ਉਹਨਾਂ ਦੇ ਨਾਲ ਸਾਡੇ ਮਨ ਨੂੰ ਜਿਹੜੀ ਹੈ ਨਾ, ਇਹ ਮੈਲ ਲੱਗੇਗੀ। ਸਾਡਾ ਮਨ ਜਿਹੜਾ ਇਹ ਮੈਲਾ ਹੋਵੇਗਾ, ਇਹ ਸਮਝਾਇਆ ਹੈ ਇਹਦੇ ਵਿੱਚ। ਸੋ ਧੰਨ ਗੁਰੂ ਅਰਜਨ ਦੇਵ ਜੀ ਵੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਇਹੀ ਦੱਸਦੇ ਨੇ, ਜਾ ਕੈ ਦਰਸ਼, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਪ ਕੋਟ ਉਤਾਰੇ। ਸਾਡੇ ਮਨ ਦੇ ਵਿੱਚ ਜਿਹੜੇ ਗਲਤ ਖਿਆਲ ਚੱਲਦੇ ਨੇ, ਗਲਤ ਵਿਚਾਰ ਚੱਲਦੇ ਨੇ, ਬੁਰਾਈਆਂ ਚੱਲਦੀਆਂ ਨੇ, ਕਰੋੜਾਂ ਪਾਪ ਨੇ, ਇਹ ਉਤਰ ਜਾਂਦੇ ਹਨ ਜੀ। ਭੇਟਤ ਸੰਗ ਇਹੋ ਭਵ ਜਲ ਤਾਰੇ। ਤੇ ਜੇ ਪ੍ਰਾਪਤੀ ਹੋ ਜਾਵੇ ਤੇ ਫਿਰ ਸੰਸਾਰ ਸਾਗਰ ਤੋਂ ਹੀ ਤਰ ਜੀਦਾ। ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਦੇ ਨਾਲ ਸੰਗ ਹੋ ਜਾਵੇ, ਪ੍ਰਾਪਤੀ ਹੋ ਜਾਵੇ, ਤੇ ਫਿਰ ਇਹ ਸੰਸਾਰ ਜਿਹੜਾ ਇਹਦੇ ਤੋਂ ਵੀ ਤਰ ਜਾਈਦਾ। ਹੁਣ ਇਹਦਾ ਜੋ ਅੰਤਰੀ ਵਰਤ ਹੈ ਨਾ, ਉਹ ਵੀ ਆਪਾਂ ਥੋੜਾ ਸਮਝਣਾ ਕਰੀਏ। ਧੰਨ ਗੁਰਬਾਣੀ ਹੈ ਸੱਚੇ ਸਤਿਗੁਰ ਦੀ। ਜਦੋਂ ਅਸੀਂ ਗੁਰਬਾਣੀ ਦੇ ਦਰਸ਼ਨ ਕਰਦੇ ਹਾਂ, ਇਹਦੇ ਨਾਲ ਸਾਡੇ ਮਨ ਦੇ ਜਿਹੜੇ ਪਾਪ ਨੇ ਇਹ ਉਤਰ ਜਾਂਦੇ ਨੇ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲਦਾ ਹੈ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਜੋ ਮਥਨ ਮਧਾਣੀਆਂ ਤਿਉ ਮੱਥੇ ਧਰਮ ਰਾਏ। ਜਦੋਂ ਅਸੀਂ ਤੁਕ ਪੜ੍ਹਦੇ ਹਾਂ ਤੇ ਸਾਡਾ ਅੰਦਰ ਹੀ ਜਿਹੜਾ ਉਹ ਹਿੱਲ ਜਾਂਦਾ ਹੈ ਵੀ ਪਾਪੀ ਜਿਹੜਾ ਬੰਦਾ ਉਹ ਕਰਮ ਕਮਾਉਂਦਾ ਤੇ ਕਰਮ ਕਮਾ ਕੇ ਫਿਰ ਉਹ ਸੁੱਖ ਨਹੀਂ ਪਾਉਂਦਾ, ਹਾਏ ਹਾਏ ਕਰਦਾ ਹੈ। ਜੋ ਮਥਨ ਮਧਾਣੀਆਂ, ਜਿਵੇਂ ਦੁੱਧ ਨੂੰ ਦਹੀਂ ਨੂੰ ਮਧਾਣੀਆਂ ਮੱਥਦੀਆਂ ਨੇ ਨਾ, ਰਿੜਕਦੀਆਂ ਨੇ, ਤੇ ਉਹ ਮੱਥੇ ਧਰਮ ਰਾਏ। ਇਸ ਤਰ੍ਹਾਂ ਫਿਰ ਸਾਨੂੰ ਰਿੜਕ ਕੇ ਛੱਡ ਦਿੰਦਾ। ਇਸ ਤਰ੍ਹਾਂ ਰਿੜਕਦਾ ਉਹ ਸਾਨੂੰ, ਤੇ ਅਸੀਂ ਰਿੜਕ ਵੀ ਰਹੇ ਹਾਂ, ਦੁੱਖਾਂ ਨੂੰ ਪਾ ਵੀ ਰਹੇ ਹਾਂ। ਜਦੋਂ ਇਸ ਤਰ੍ਹਾਂ ਦੀਆਂ ਤੁਕਾਂ ਪੜ੍ਹੀ ਦੀਆਂ ਨੇ, ਫਿਰ ਮਨ ਜਿਹੜਾ ਅੰਦਰੋਂ ਹਿੱਲ ਜਾਂਦਾ ਹੈ। ਮਨ ਜਿਹੜਾ ਉਹ ਅੰਦਰ ਉਸ ਪ੍ਰਭੂ ਪਰਮਾਤਮਾ ਦਾ ਫਿਰ ਆਸਰਾ ਲੱਭਦਾ ਹੈ। ਇਹ ਤਾਂ ਅਸੀਂ ਧੰਨ ਗੁਰਬਾਣੀ ਦੇ ਦਰਸ਼ਨ ਕਰਨੇ। ਹੁਣ ਇਹ ਨਾ ਆਖੋ ਵੀ ਅਸੀਂ ਆਏ ਹਾਂ ਤੇ ਗੁਰੂ ਜੀ ਦੇ ਦਰਸ਼ਨ ਕਰ ਲਏ ਨੇ, ਚੰਗੇ ਨੇ, ਹਾਜ਼ਰੀ ਲੱਗ ਗਈ ਏ, ਪਰ ਜੇ ਕਲਾਸ ਲਾਵਾਂਗੇ ਤੇ ਵਿਦਿਆ ਤਾਂ ਫਿਰ ਹੀ ਆਏਗੀ ਨਾ। ਵਿਦਿਆਰਥੀ ਕਲਾਸ ਦੇ ਵਿੱਚ ਆਇਆ ਹੈ, ਕਲਾਸ ਵਿੱਚ ਆਉਣ ਸਾਰ ਹਾਜ਼ਰੀ ਲੱਗ ਜਾਂਦੀ ਏ, ਤੇ ਪੜ੍ਹਾਈ ਹੈ ਜਿਹੜੀ ਉਦੋਂ ਬਾਅਦ ਸ਼ੁਰੂ ਹੁੰਦੀ ਹੈ। ਪਹਿਲੋਂ ਗੁਰੂ ਜੀ ਦੇ ਦਰਸ਼ਨ ਹੋ ਗਏ ਨੇ, ਫਿਰ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਜਿਹੜੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਬਾਣੀ ਨੂੰ ਪੜ੍ਹਨਾ ਹੈ ਨਾ, ਵਿਚਾਰਾਂ ਸ਼ੁੱਧ ਇਹਦੇ ਨਾਲ ਹੀ ਹੋਣਗੀਆਂ। ਬਿਨਾਂ ਬਾਣੀ ਪੜ੍ਹਨ ਤੋਂ ਵਿਚਾਰਾਂ ਸ਼ੁੱਧ ਨਹੀਂ ਹੋਣਗੀਆਂ, ਵਿਚਾਰਾਂ ਪਵਿੱਤਰ ਨਹੀਂ ਹੋਣਗੀਆਂ। ਚੰਗੀ ਵਧੀਆ ਬੌਕਰੇ ਲਿਆ ਕੇ ਘਰ ਵਿੱਚ ਰੱਖ ਲਈਏ ਤੇ ਫੇਰ ਹੀ ਕਿਸੇ ਨੇ ਹੈ ਨਹੀਂ, ਤੇ ਫਿਰ ਭਾਈ ਕੂੜਾ ਬੌਕਰ ਨੇ ਥੋੜ੍ਹੀ ਇਕੱਠਾ ਕਰਨਾ ਹੈ। ਕੂੜਾ ਇਕੱਠਾ ਕਰਨ ਲਈ ਤੇ ਬੌਕਰ ਨੂੰ ਫੇਰਨਾ ਹੀ ਪੈਣਾ ਹੈ ਨਾ। ਇਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਹੈ, ਇਹਦਾ ਅਸੀਂ ਸਤਿਕਾਰ ਕਰਕੇ ਇਹਦੇ ਦਰਸ਼ਨ ਕਰਦੇ ਹਾਂ, ਇਹਦੇ ਅੱਗੇ ਝੁਕਦੇ ਹਾਂ, ਤੇ ਜਿਹੜੀ ਅੰਦਰ ਦੀ ਸਫਾਈ ਹੈ ਉਹ ਪੜ੍ਹਨ ਦੇ ਨਾਲ ਹੀ ਹੋਣੀ ਹੈ। ਭਾਵੇਂ ਸਾਨੂੰ ਬੁਰਾ ਲੱਗੇ ਤੇ ਭਾਵੇਂ ਲੱਗੇ ਚੰਗਾ, ਅੰਦਰ ਦੀ ਸ਼ੁੱਧਤਾ ਹੀ ਜਿਹੜੀ ਗੁਰਬਾਣੀ ਨੂੰ ਸੁਣ ਕੇ, ਗੁਰਬਾਣੀ ਨੂੰ ਪੜ੍ਹ ਕੇ ਫਿਰ ਹੁੰਦੀ ਹੈ। ਉਹ ਵੀ ਤਾਂ ਜਦੋਂ ਸਾਡੇ ਅੰਦਰ ਇਸ ਤਰ੍ਹਾਂ ਦੀ ਤੁਕਾਂ ਨੇ ਜਿਹੜੀਆਂ, ਲੇਖਾ ਰੱਬ ਮਗੇਸੀਆ ਬੈਠਾ ਕੱਢ ਵਈ, ਇਸ ਤਰ੍ਹਾਂ ਦੀਆਂ ਤੁਕਾਂ ਜਦੋਂ ਅਸੀਂ ਪੜ੍ਹਦੇ ਹਾਂ ਨਾ, ਉਦੋਂ ਫਿਰ ਸਾਡੇ ਅੰਦਰ ਠੋਕਰ ਵੱਜਦੀ ਏ ਤੇ ਸਾਡਾ ਅੰਦਰ ਸਾਫ਼ ਹੁੰਦਾ ਹੈ। ਭੇਟ ਸੰਗ ਇਹੋ ਭਵ ਜਲ ਤਾਰੇ। ਫਿਰ ਗੁਰੂ ਮਹਾਰਾਜ ਜੀ ਨੇ ਅਗਲੀ ਤੁਕ ਦੇ ਵਿੱਚ ਸਾਨੂੰ ਦੱਸਿਆ, ਭੇਟ ਦਾ ਅਰਥ ਹੈ ਪ੍ਰਾਪਤ ਕਰ ਲੈਣਾ। ਫਿਰ ਉਸ ਗਿਆਨ ਨੂੰ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਸਾਨੂੰ ਦਿੱਤਾ, ਜਦੋਂ ਅਸੀਂ ਉਹਨੂੰ ਪ੍ਰਾਪਤ ਕਰ ਲੈਂਦੇ ਫਿਰ ਸੰਸਾਰ ਤੋਂ ਤਰ ਜੀਦਾ। ਗੁਰਬਾਣੀ ਪੜ੍ਹਨ ਦੇ ਨਾਲ ਮਨ ਦੀ ਮੈਲ ਹੈ ਜਿਹੜੀ ਇਹ ਦੂਰ ਹੋਈ ਏ, ਤੇ ਜਦੋਂ ਅਸੀਂ ਉਸ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਏ, ਤੇ ਫਿਰ ਭਾਈ ਸਾਡਾ ਇਸ ਸੰਸਾਰ ਤੋਂ ਜਿਹੜਾ ਨਾ ਪਾਰ ਉਤਾਰਾ ਵੀ ਹੋ ਜਾਂਦਾ ਹੈ। ਇੱਕ ਨਿੱਕੀ ਜੀ ਮੈਂ ਸਾਖੀ ਸੁਣਾ ਦਿਆਂ, ਫਿਰ ਦੋਵਾਂ ਤੁਕਾਂ ਦੀ ਬੜੀ ਸਮਝ ਆਏਗੀ। ਇੱਕ ਰਾਜਾ ਸੀ, ਉਸ ਦੀਆਂ 2 ਰਾਣੀਆਂ ਸਨ।
ਇਹ ਦੋ ਰਾਣੀਆਂ ਜਿਹੜੀਆਂ ਸਨ, ਇਹਨਾਂ ਦੇ ਦੋਵਾਂ ਦੇ ਇੱਕ ਇੱਕ ਪੁੱਤਰ ਸੀ। ਤੇ ਇੱਕ ਰਾਣੀ ਨੇ ਸ਼ਿਕਾਇਤ ਕੀਤੀ, ਕਹਿੰਦੀ ਜੀ ਤੁਸੀਂ ਨਾ ਮੇਰੇ ਪੁੱਤਰ ਨੂੰ ਪਿਆਰ ਨਹੀਂ ਕਰਦੇ। ਰਾਜਾ ਕਹਿੰਦਾ ਵੀ ਤੈਨੂੰ ਗਲਤਫਹਿਮੀ ਹੋ ਗਈ ਹੈ, ਪਿਆਰ ਤਾਂ ਮੈਂ ਦੋਵਾਂ ਨੂੰ ਕਰਦਾ, ਪਰ ਸਤਿਕਾਰ ਉਹਨੂੰ ਜ਼ਿਆਦਾ ਕਰਦਾ। ਪਿਆਰ ਤਾਂ ਮੈਨੂੰ ਦੋਵਾਂ ਪੁੱਤਰਾਂ ਦੇ ਨਾਲ ਹੀ, ਇਹ ਦੋਵੇਂ ਹੀ ਮੇਰੇ ਨੇ, ਤੁਹਾਨੂੰ ਦੋਵਾਂ ਨੂੰ ਮੈਂ ਬਰਾਬਰ ਦਾ ਦਰਜਾ ਦਿੱਤਾ, ਬਰਾਬਰ ਪਿਆਰ ਕਰਦਾ। ਪੁੱਤਰ ਵੀ ਮੇਰੇ ਦੋਵੇਂ ਨੇ, ਦੋਵਾਂ ਨੂੰ ਪਿਆਰ ਕਰਦਾ, ਪਰ ਸਤਿਕਾਰ ਜ਼ਰੂਰ ਮੈਂ ਦੂਜੇ ਨੂੰ ਕਰਦਾ। ਇਹ ਕਹਿੰਦੀ ਪਿਆਰ ਤੇ ਸਤਿਕਾਰ ਦੇ ਵਿੱਚ ਕੀ ਫਰਕ ਹੈ? ਕਹਿੰਦਾ ਫਿਰ ਤੈਨੂੰ ਸਮਝਾਉਣਾ ਪਏਗਾ ਪ੍ਰੈਕਟੀਕਲੀ, ਉਵੇਂ ਨਹੀਂ ਸਮਝ ਆਏਗੀ। ਜਦੋਂ ਅਸੀਂ ਪ੍ਰੈਕਟੀਕਲੀ ਕਰਦੇ ਹਾਂ ਨਾ, 10 ਨੁਕਤਾ ਕਹਿ ਦਿੰਦਾ ਹੈ, ਅੰਗਰੇਜ਼ੀ 'ਚ ਪ੍ਰੈਕਟੀਕਲੀ ਕਹਿ ਦਿੰਦੇ ਆਪਾਂ। ਕੁਝ ਦਿਨਾਂ ਬਾਅਦ ਦੋਵਾਂ ਰਾਣੀਆਂ ਨੂੰ ਤੇ ਦੋਵਾਂ ਬੱਚਿਆਂ ਨੂੰ ਰਾਜੇ ਨੇ ਚੰਗੀ ਤਰ੍ਹਾਂ ਤਿਆਰ ਹੋ ਕੇ ਮੈਦਾਨ ਦੇ ਵਿੱਚ ਆਉਣ ਨੂੰ ਕਹਿ ਦਿੱਤਾ। ਖੁੱਲ੍ਹੇ ਮੈਦਾਨ ਦੇ ਵਿੱਚ ਚਲੇ ਗਏ ਨੇ। ਦੂਰ ਇੱਕ ਨਿਸ਼ਾਨਾ ਵਿਖਾਇਆ ਗਿਆ ਹੈ ਤੇ ਰਾਜੇ ਨੇ ਦੋਵਾਂ ਪੁੱਤਰਾਂ ਨੂੰ ਆਖਿਆ ਵੀ ਉਹ ਜਿਹੜਾ ਨਿਸ਼ਾਨਾ ਹੈ ਨਾ, ਉਹਨੂੰ ਤੁਸੀਂ ਹੱਥ ਲਾ ਕੇ ਪੁੱਠੇ ਵਾਪਸ ਆ ਜਾਣਾ ਹੈ। ਦੋਵੇਂ ਬੱਚੇ ਗਏ ਨੇ, ਜਾ ਕੇ ਨਿਸ਼ਾਨੇ ਨੂੰ ਹੱਥ ਲਾ ਕੇ ਤੇ ਪੁੱਠੇ ਆ ਗਏ ਨੇ। ਹੁਣ ਜਿਹੜਾ ਸਤਿਕਾਰ ਦੇ ਯੋਗ ਸੀ, ਉਹ ਜਦੋਂ ਗਿਆ ਹੈ ਨਾ, ਉਹਨੇ ਆਪਣੀ ਮੰਜ਼ਿਲ ਨੂੰ ਤੈਅ ਕਰਨ ਦੇ ਨਾਲ ਨਾਲ ਆਪਣੇ ਵਸਤਰਾਂ ਦਾ ਵੀ ਧਿਆਨ ਰੱਖਿਆ ਵੀ ਮੇਰੇ ਜਿਹੜੇ ਵਸਤਰ ਨੇ ਨਾ, ਇਹ ਸਾਫ਼ ਸੁਥਰੇ ਰਹਿਣ, ਮੇਰੇ ਵਸਤਰ ਨੇ ਜਿਹੜੇ ਇਹ ਸਾਫ਼ ਰਹਿਣ ਤੇ ਮੈਂ ਮੰਜ਼ਿਲ ਨੂੰ ਵੀ ਪਹੁੰਚ ਜਾਵਾਂ। ਤੇ ਦੂਜਾ ਜਿਹੜਾ ਸੀ, ਕਿਤੇ ਠੁੱਡਾ ਮਾਰ ਦਿੱਤਾ। ਆਪਾਂ ਵੇਖਦੇ ਆ ਨਾ, ਮੈਂ ਵੀ ਵੇਖਦਾ, ਬੱਚਿਆਂ ਦੇ ਵਿੱਚ ਰਿਹਾ, ਸਾਰੀ ਉਮਰ ਬੱਚਿਆਂ 'ਚ ਹੀ ਗੁਜ਼ਰ ਗਈ ਹੈ। ਜਿਹੜੇ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਨਾ, ਰਾਹ ਦੇ ਵਿੱਚ ਕੋਈ ਡੱਬਾ ਪਿਆ ਹੋਵੇ, ਜ਼ੋਰ ਦੇ ਨਾਲ ਉਹਨੂੰ ਠੁੱਡਾ ਮਾਰਨਾ ਤੇ ਉਹ ਡੱਬਾ ਫਿਰ ਦੂਰ ਜਾਂਦਾ, ਫਿਰ ਖੀ ਕਰਕੇ ਹੱਸਦੇ ਨੇ, ਤਾੜੀਆਂ ਮਾਰਦੇ ਨੇ। ਸੱਟੀ ਚੁੱਕ ਲਈ ਰਾਹ ਦੇ ਵਿੱਚੋਂ, ਇੱਥੇ ਮਾਰਤੀ, ਉੱਥੇ ਮਾਰਤੀ, ਕੁੱਤਿਆਂ ਨੂੰ ਡਲੇ ਚੱਕ ਕੇ ਮਾਰੀ ਜਾਣੇ। ਇਸ ਤਰ੍ਹਾਂ ਦੀਆਂ ਜਿਹੜੀਆਂ ਕਰਤੂਤਾਂ ਨੇ, ਸਤਿਕਾਰ ਵਾਲੀਆਂ ਨਹੀਂ ਹੁੰਦੀਆਂ। ਸੋ ਜਦੋਂ ਵਾਪਸ ਆਏ ਨੇ ਤੇ ਜਿਹੜਾ ਭਾਈ ਠੁੱਡੇ ਮਾਰਦਾ ਜਾਂਦਾ ਸੀ, ਉਹ ਸਾਰਾ ਲਿਬੜ ਗਿਆ, ਬੂਟ ਲਿਬੜ ਗਏ ਨੇ, ਮਿੱਟੀ ਉੱਡੀ ਹੈ, ਬਦਨ ਤੇ ਵੀ ਪੈ ਗਈ। ਉਹਨੇ ਕਿਹਾ ਬਸ ਆਹੀ ਫਰਕ ਹੈ, ਲਿਬੜ ਕੇ ਆਇਆ। ਮੰਜ਼ਿਲ ਦੋਵੇਂ, ਰਸਤਾ ਦੋਵਾਂ ਨੇ ਤੈਅ ਕਰ ਲਿਆ, ਇੱਕ ਲਿਬੜ ਕੇ ਆਇਆ ਤੇ ਇੱਕ ਸਾਫ਼ ਸੁਥਰਾ ਆ ਗਿਆ। ਹੁਣ ਜਿਹੜਾ ਸਾਫ਼ ਸੁਥਰਾ ਗੋਦ 'ਚ ਤੇ ਮੈਂ ਉਹਨੂੰ ਹੀ ਬਿਠਾਉਣਾ ਹੈ ਨਾ, ਦੂਜੇ ਨੂੰ ਮੈਂ ਬਿਠਾਵਾਂਗਾ ਤੇ ਮੈਂ ਵੀ ਲਿਬੜ ਜਾਵਾਂਗਾ, ਮੇਰੇ ਕੱਪੜੇ ਵੀ ਲਬੇੜ ਦੇਗਾ। ਹੁਣ ਧੰਨ ਗੁਰਬਾਣੀ ਇੱਥੇ ਸਾਨੂੰ ਇਹ ਦੱਸਦੀ ਏ, ਜਾ ਕੇ ਦਰਸ ਪਾਪ ਕੋਟ ਉਤਾਰੇ। ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਗੁਰਬਾਣੀ ਦੇ ਦਰਸ਼ਨ ਨੇ, ਤੇ ਗੁਰਬਾਣੀ ਦੇ ਅੰਦਰ ਪੰਕਤੀਆਂ ਤੁਕਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਸਾਨੂੰ ਮਨ ਜਿਹੜਾ ਨਾ, ਉਹਨੂੰ ਸੋਝੀ ਮਿਲਦੀ ਏ, ਠੋਕਰ ਵੱਜਦੀ ਏ। ਭੇਟਤ ਸੰਗ ਉਹ ਭਵਜਲ ਤਾਰੇ, ਉਹ ਠੋਕਰ ਦੇ ਨਾਲ ਜੇ ਸਾਡਾ ਮਨ ਜਿਹੜਾ ਹੈ ਨਾ, ਇਹ ਲਿਬੜ ਨੂੰ ਹਟ ਗਿਆ, ਠੁੱਡੇ ਮਾਰਨ ਨੂੰ ਹਟ ਗਿਆ, ਕੁੱਤਿਆਂ ਨੂੰ ਇੱਟੇ ਮਾਰਨ ਨੂੰ ਹਟ ਗਿਆ, ਤੇ ਫਿਰ ਤਾਂ ਭਾਈ ਇਸ ਸੰਸਾਰ ਤੋਂ ਅਸੀਂ ਤਰ ਜਾਵਾਂਗੇ। ਜੇ ਅੱਜ ਪੜ੍ਹਿਆ ਤੇ ਬਾਹਰ ਜਾ ਕੇ ਉਵੇਂ ਫਿਰ ਮਨ ਜਿਹੜਾ ਲਿਬੜਨ ਲੱਗ ਗਿਆ ਤੇ ਫਿਰ ਨਹੀਂ ਤਰਿਆ ਜਾਏਗਾ। ਇੱਕ ਵਾਰੀ ਜਿਹੜੇ ਮਨ ਤੇ ਪਾਪ ਚੱਲਦੇ ਸਨ, ਦੂਰ ਹੋ ਗਏ ਨੇ। ਤੇ ਜਦੋਂ ਭਾਈ ਗੁਰਬਾਣੀ ਜਿਹੜੀ ਪੜ੍ਹਦੇ ਆ, ਉਹ ਗਿਆਨ ਨੂੰ ਅੰਦਰ ਪ੍ਰਾਪਤ ਨਹੀਂ ਕੀਤਾ, ਉਸ ਗਿਆਨ ਦੇ ਅਨੁਸਾਰੀ ਜੀਵਨ ਨੂੰ ਨਹੀਂ ਜਿਉਇਆ, ਤੇ ਫਿਰ ਬਾਹਰ ਜਾ ਕੇ ਉਹੀ ਕੰਮ ਕੀਤਾ ਜਿਹੜਾ ਨਹੀਂ ਸੀ ਕਰਨ ਵਾਲਾ। ਫਿਰ ਅਸੀਂ ਪ੍ਰਾਪਤੀ ਵਾਲੇ ਨਹੀਂ ਹੋਏ, ਗਿਆਨ ਨੂੰ ਅੰਦਰ ਨਹੀਂ ਵਸਿਆ, ਫਿਰ ਭਵਜਲ ਨਹੀਂ ਤਰਿਆ ਜਾਏਗਾ। ਗੱਲਾਂ ਦੋਵੇਂ ਗੁਰੂ ਦੀਆਂ ਮੰਨਣੀਆਂ ਪੈਣੀਆਂ ਨੇ। ਜੇ ਅਸੀਂ ਚਾਹੁੰਦੇ ਹਾਂ ਗੁਰੂ ਮਹਾਰਾਜ ਜੀ ਪਿਆਰ ਦੇ ਨਾਲ ਸਾਨੂੰ ਸਤਿਕਾਰ ਵੀ ਦੇਣ ਤੇ ਆਪਣੀ ਗੋਦ ਦੇ ਵਿੱਚ ਬਿਠਾਉਣ, ਤੇ ਫਿਰ ਭਾਈ ਸਾਨੂੰ ਠੁੱਡੇ ਮਾਰਨੇ, ਇੱਟੇ ਮਾਰਨੇ, ਇਸ ਤਰ੍ਹਾਂ ਦੇ ਜਿਹੜੇ ਸਾਡੇ ਜੀਵਨ ਦੇ ਵਿੱਚ ਮਨ ਨੂੰ ਲਬੇੜਨ ਵਾਲੇ ਕੰਮ ਨੇ ਨਾ, ਮਨ ਨੂੰ ਗੰਦਾ ਕਰਨ ਵਾਲੇ ਕੰਮ ਨੇ, ਉਹ ਸਾਨੂੰ ਛੱਡਣੇ ਪੈਣਗੇ ਜੀ। ਓਏ ਸਾਜਨ ਓਏ ਮੀਤ ਪਿਆਰੇ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਨਾ, ਸਤ ਸੰਗੀਆਂ ਨੂੰ ਸੱਜਣ ਆਖ ਕੇ, ਸਤ ਸੰਗੀਆਂ ਨੂੰ ਮਿੱਤਰ ਆਖ ਕੇ ਸਤਿਕਾਰਿਐ। ਧੰਨ ਗੁਰੂ ਨਾਨਕ ਦੇਵ ਜੀ ਨਾਲ ਬਾਲਾ ਤੇ ਮਰਦਾਨਾ ਜੀ ਨੇ ਤੇ ਹਰਿਦੁਆਰ ਜਦੋਂ ਪਹੁੰਚੇ ਸਨ ਕਾਸ਼ੀ ਦੇ ਏਰੀਏ ਤੇ, ਇੱਥੇ ਪੰਡਤਾਂ ਨੇ ਪੁੱਛਿਆ ਸੀ ਇਹ ਤੁਹਾਡੇ ਨਾਲ ਕੌਣ ਨੇ? ਤੁਹਾਡੇ ਚੇਲੇ ਨੇ? ਗੁਰੂ ਜੀ ਨੇ ਕਿਹਾ ਨਹੀਂ। ਤੁਹਾਡੇ ਨੌਕਰ ਨੇ? ਗੁਰੂ ਜੀ ਨੇ ਕਿਹਾ ਨਹੀਂ। ਤੁਸੀਂ ਮੁੱਲ ਖਰੀਦੇ ਨੇ? ਗੁਰੂ ਜੀ ਨੇ ਕਿਹਾ ਨਹੀਂ। ਫਿਰ ਹੈਨ ਕੌਣ? ਗੁਰੂ ਜੀ ਨੇ ਕਿਹਾ ਸਾਡੇ ਭਾਈ ਨੇ। ਇਹ ਭਾਈ ਸ਼ਬਦ ਉੱਥੋਂ ਚੱਲਿਆ ਹੈ।
ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ 5 ਪਰਿਵਾਰ ਨੇ ਜਿਨ੍ਹਾਂ ਨੂੰ ਭਾਈ ਦਾ ਸਤਿਕਾਰ ਮਿਲਿਆ ਹੈ। ਅੱਜ ਕੱਲ ਅਸੀਂ ਹਰ ਇੱਕ ਨੂੰ ਭਾਈ ਸਾਹਿਬ ਆਖ ਦਿੰਦੇ ਹਾਂ, ਪਰ ਗੁਰੂ ਘਰ ਵੱਲੋਂ ਨਾ 5 ਪਰਿਵਾਰਾਂ ਨੂੰ ਭਾਈ ਦਾ ਸਤਿਕਾਰ ਮਿਲਿਆ ਹੈ। ਇਹ ਭਾਈ ਦਾ ਦਰਜਾ ਜਿਹੜਾ ਇਹ ਬਾਬੇ ਨਾਲੋਂ ਵੀ ਉੱਚਾ ਹੈ, ਇਹ ਬਾਬੇ ਨਾਲੋਂ ਵੀ ਵੱਡਾ ਹੈ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦਾ ਭਾਈ ਹੋ ਗਿਆ ਨਾ, ਭਰਾ ਬਣਾ ਲਿਆ ਨਾ। ਓਏ ਸਾਜਨ, ਧੰਨ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ, ਸਾਡਾ ਉਹ ਸੱਜਣ ਏ। ਓਏ ਮੀਤ, ਉਹ ਸਾਡਾ ਮਿੱਤਰ ਏ ਪਿਆਰੇ, ਤੇ ਉਹੀ ਸਾਡੇ ਪਿਆਰੇ ਨੇ। ਅਸੀਂ ਉਹਨਾਂ ਨੂੰ ਆਪਣਾ ਮਿੱਤਰ ਤੇ ਉਹਨਾਂ ਨੂੰ ਆਪਣਾ ਸੱਜਣ ਤੇ ਉਹਨਾਂ ਨੂੰ ਆਪਣਾ ਪਿਆਰਾ ਆਖਾਂਗੇ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਪਾਵਨ ਗਿਆਨ ਧਾਰਨ ਕਰਕੇ ਮਨ ਸੁਧਰ ਗਿਆ ਤੇ ਉਸ ਗਿਆਨ ਨੂੰ ਸਦੀਵੀ ਅੰਦਰ ਵੀ ਵਸਾ ਲਿਆ ਏ। ਇਹ ਨਹੀਂ ਵੀ ਇੱਕ ਵਾਰੀ ਸੁਧਰ ਗਿਆ, ਇੱਕ ਵਾਰੀ ਚੰਗੇ ਹੋ ਗਏ ਤੇ ਦੂਜੀ ਵਾਰ ਫਿਰ ਉਸੇ ਤਰ੍ਹਾਂ ਦੇ ਨਹੀਂ। ਉਹਨਾਂ ਨੂੰ ਜਿਨ੍ਹਾਂ ਨੇ ਗੁਰੂ ਜੀ ਦੇ ਗਿਆਨ ਨੂੰ ਅੰਦਰ ਵਸਾ ਲਿਆ ਹੈ ਜੀ। ਜੋ ਹਮਕੋ ਹਰ ਨਾਮ ਚਿਤਾਰੇ, ਤੇ ਜਿਹੜਾ ਸਾਨੂੰ ਹਰੀ ਪਰਮਾਤਮਾ ਵਾਹਿਗੁਰੂ ਦਾ ਨਾਮ ਚੇਤੇ ਕਰਾਉਂਦਾ ਹੈ, ਜਿਹੜਾ ਸਾਨੂੰ ਯਾਦ ਕਰਾਵੇ ਨਾ ਵੀ ਉਸ ਪਰਮਾਤਮਾ ਸੱਚੇ ਸਤਿਗੁਰ ਦਾ ਨਾਮ ਵੀ ਅਸੀਂ ਜਪਣਾ, ਉਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਨਾ ਹੈ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਸਾਨੂੰ ਦੱਸਦੇ ਨੇ, ਰਾਓ ਵਾਲੀਆਂ ਤੁਕਾਂ ਨੇ, ਉਹ ਸਾਡੇ ਸੱਜਣ ਨੇ, ਉਹ ਸਾਡੇ ਮਿੱਤਰ ਨੇ, ਉਹ ਸਾਡੇ ਪਿਆਰੇ ਨੇ। ਜਿਹੜਾ ਸਾਨੂੰ ਇਹ ਦੱਸੇ ਵੀ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ, ਚੇਤੇ ਕਰਨਾ ਹੈ। ਹੁਣ ਇੱਥੇ ਖਿਆਲ ਪੈਦਾ ਹੋ ਜਾਂਦਾ ਹੋਣਾ ਹੈ ਵੀ ਕੀ ਸਾਨੂੰ ਚੇਤਾ ਨਹੀਂ ਉਸ ਰੱਬ ਦੇ ਨਾਂ ਦਾ, ਉਸ ਵਾਹਿਗੁਰੂ ਨੂੰ ਅਸੀਂ ਚੇਤੇ ਕਰਨਾ, ਇਹ ਸਾਡੇ ਅੰਦਰ ਨਹੀਂ। ਇਹ ਬਿਲਕੁਲ ਹੀ ਨਹੀਂ ਹੈਗਾ, ਇਹ ਬਿਲਕੁਲ ਹੀ ਨਹੀਂ ਹੈਗਾ। ਜੇ ਸ਼ਾਮ ਨੂੰ ਸਾਡੇ ਕੋਲ ਘੜੀਆਂ ਨਾ ਹੋਣ ਤੇ ਸਾਨੂੰ ਹੋ ਸਕਦਾ ਇਹ ਨਾ ਪਤਾ ਲੱਗੇ ਵੀ ਹੁਣ ਰਹਿਰਾਸ ਸਾਹਿਬ ਜੀ ਦਾ ਸਮਾਂ ਹੋ ਗਿਆ। ਜੇ ਗੁਰੂ ਘਰ ਦੇ ਵਿੱਚ ਘੜਿਆਲ ਨਾ ਖੜਕੇ, ਸਪੀਕਰ ਨਾ ਲੱਗੇ ਤੇ ਹੋ ਸਕਦਾ ਸਾਨੂੰ ਯਾਦ ਹੀ ਨਾ ਆਵੇ ਵੀ ਇਹ ਨਾ ਰਹਿਰਾਸ ਸਾਹਿਬ ਜੀ ਦਾ ਸਮਾਂ ਹੋ ਗਿਆ। ਪਹਿਲੂ ਸਮਾਂ ਸੀ ਉਦੋਂ ਘੜਿਆਲ ਖੜਕਾਏ ਜਾਂਦੇ ਸਨ, ਸਪੀਕਰ ਤੇ ਹੁਣ ਹੀ ਆਏ ਨੇ, ਥੋੜਾ ਸਮਾਂ ਹੀ ਹੋਇਆ ਹੈ। ਪਹਿਲੂ ਘੜਿਆਲ ਖੜਕਾਏ ਜਾਂਦੇ ਸਨ, ਉੱਚੀ ਥਾਂ ਤੇ ਚੜ੍ਹ ਕੇ ਨਾ ਛੱਤਾਂ ਆਦਿਕ ਤੇ ਘੜਿਆਲ ਖੜਕਾਇਆ ਜਾਂਦਾ ਤਾਂ ਕਿ ਨਗਰ ਨਿਵਾਸੀਆਂ ਨੂੰ ਗਿਆਨ ਹੋ ਜਾਵੇ ਵੀ ਰਹਿ ਰਾਸ ਦਾ ਸਮਾਂ ਹੋ ਗਿਆ ਤੇ ਗੁਰੂ ਘਰ ਪਹੁੰਚੋ ਤੇ ਰਹਿ ਰਾਸ ਸਰਵਣ ਕਰੋ। ਅੰਮ੍ਰਿਤ ਵੇਲੇ ਵੀ ਸ਼ੰਖ ਪੂਰਿਆ ਜਾਂਦਾ ਸੀ, ਸ਼ੰਖ ਵਜਾਇਆ ਜਾਂਦਾ ਸੀ, ਘੜਿਆਲ ਖੜਕਾਏ ਜਾਂਦੇ ਸਨ। ਚੇਤਾ ਕਰਾਉਣ ਦੇ ਵਾਸਤੇ ਵੀ ਚੇਤਾ ਕਰੋ ਅੰਮ੍ਰਿਤ ਵੇਲਾ ਹੋ ਗਿਆ, ਤੇ ਬਾਬਾ ਜੀ ਵੀ ਰੋਜ਼ ਸਪੀਕਰ 'ਚ ਬੋਲਦੇ ਨੇ ਨਾ, ਚੇਤਾ ਕਰਾਉਂਦੇ ਨੇ, ਤਰੀਕ ਵੀ ਦੱਸਦੇ ਨੇ, ਵਾਰ ਵੀ ਦੱਸਦੇ ਨੇ, ਤੇ ਇਹ ਵੀ ਚੇਤਾ ਕਰਾਉਂਦੇ ਨੇ ਵੀ ਆਪਾਂ ਇਸ਼ਨਾਨ ਵੀ ਕਰਨਾ ਹੈ, ਉੱਠਣਾ ਹੈ, ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ। ਸੋ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜੋ ਹਮਕੋ ਹਰ ਨਾਮ ਚਿਤਾਰੇ, ਜਿਹੜਾ ਗੁਰਮੁਖ ਪਿਆਰਾ ਸਾਨੂੰ ਹਰੀ ਪਰਮਾਤਮਾ ਦਾ ਨਾਮ ਚੇਤੇ ਕਰਾਵੇ ਜੀ, ਉਹ ਸਾਡਾ ਸੱਜਣ ਹੈ, ਉਹ ਸਾਡਾ ਮਿੱਤਰ ਹੈ ਤੇ ਸਾਨੂੰ ਉਹੀ ਪਿਆਰਾ ਹੈ ਜੀ। ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ। ਵਿਸ਼ਰਾਮ ਲਾ ਕੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿੰਦਾ ਉਪਦੇਸ਼। ਇੱਥੇ ਸ਼ਬਦ ਦਾ ਅਰਥ ਉਪਦੇਸ਼ ਹੈ। ਸ਼ਬਦ ਦੇ ਕਈ ਅਰਥ ਨੇ, ਵਾਹਿਗੁਰੂ ਗੁਰ ਮੰਤਰ ਇਹ ਵੀ ਸ਼ਬਦ ਹੈ। ਸ਼ਬਦ ਦਾ ਅਰਥ ਉਪਦੇਸ਼ ਹੈ। ਜਾ ਕਾ ਸ਼ਬਦ, ਜਿਹੜੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਉਪਦੇਸ਼ ਸੁਣ ਕੇ ਨਾ ਸੁਖ ਸਾਰੇ, ਸਾਰੇ ਪ੍ਰਕਾਰ ਦੇ ਸੁਖ ਨੇ ਨਾ ਜਿਹੜੇ ਉਹ ਸਾਨੂੰ ਪ੍ਰਾਪਤ ਹੋ ਜਾਣ ਜੀ। ਜਾ ਕੀ ਟਹਿਲ ਜਮਦੂਤ ਬਿਦਾਰੇ, ਜਿਸ ਦੀ ਸੇਵਾ ਕੀਤਿਆਂ ਨਾ ਇਹ ਜਮਦੂਤ ਨੇ ਜਿਹੜੇ ਇਹ ਛੱਡ ਕੇ ਚਲੇ ਜਾਣ। ਜਾ ਕੀ ਧੀਰਕ ਇਸ ਮਨਹਿ ਸਧਾਰੇ। ਧੀਰਕ ਦਾ ਅਰਥ ਹੁੰਦਾ ਧਰਵਾਸਾ। ਧਰਵਾਸੇ ਤੋਂ ਭਾਵ ਹੈ ਯਕੀਨ ਦਵਾ ਦੇਣਾ। ਜਿਵੇਂ ਮੰਨ ਲਓ ਮੈਨੂੰ ਕੋਈ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੈਂ ਕਿਸੇ ਗੁਰਮੁਖ ਪਿਆਰੇ ਨੂੰ ਕਹਿ ਦਿੱਤਾ ਵੀ ਮੈਨੂੰ ਆਹ ਨਾ ਲੋੜ ਹੋ ਸਕਦੀ ਏ ਤੇ ਤੂੰ ਭਾਈ ਉਸ ਸਮੇਂ ਮੇਰੇ ਕੰਮ ਆਵੀਂ, ਤੇ ਉਹਨੇ ਮੈਨੂੰ ਧਰਵਾਸਾ ਦੇ ਦਿੱਤਾ, ਧੀਰਜ ਦੇ ਦਿੱਤੀ ਏ ਵੀ ਕੋਈ ਗੱਲ ਨਹੀਂ, ਪਰਵਾਹ ਨਾ ਕਰ, ਸਮਾਂ ਆਉਂਦੇ ਅਸੀਂ ਤੇਰੇ ਨਾਲ ਖੜੇ ਆ। ਇਹਨੂੰ ਧੀਰਜ ਆਖਿਆ ਜਾਂਦਾ ਹੈ। ਹੁਣ ਇੱਥੇ ਧੀਰਜ ਕਾਹਦੀ ਹੈ? ਗੁਰੂ ਮਹਾਰਾਜ ਜੀ ਸਾਨੂੰ ਧੀਰਜ ਦਿੰਦੇ ਨੇ ਵੀ ਨਾਮ ਜਪੋ, ਸਿਮਰਨ ਕਰੋ, ਗੁਰੂ ਦੀ ਸੇਵਾ ਕਰੋ, ਤੇ ਜਦੋਂ ਸਰੀਰ ਛੱਡਾਂਗੇ ਨਾ ਉਦੋਂ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਡੀ ਬਾਂਹ ਫੜਨਗੇ, ਜਮਦੂਤਾਂ ਨੂੰ ਕਹਿਣਗੇ ਸਾਡਾ ਗੁਰਸਿੱਖ ਏ, ਸਾਡੇ ਆਖੇ ਲਾਕੇ ਨੇ ਨਾਮ ਜਪਿਆ ਤੇ ਇਹਨਾਂ ਨੂੰ ਕੁਝ ਨਹੀਂ ਆਖਣਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸੁੱਖਾਂ ਦੀ ਦਾਤ ਦੇਣਗੇ। ਜਿਹੜੇ ਦੁੱਖ ਨੇ
ਉਹਨਾਂ ਦੇ ਵਿੱਚ ਸਾਨੂੰ ਧੀਰਜ ਦੇਣਗੇ, ਧਰਵਾਸਾ ਦੇਣ ਵੀ ਪਰਵਾਹ ਨਾ ਕਰ, ਇਹਨੇ ਦੂਰ ਹੋ ਜਾਣਾ, ਕੱਟਿਆ ਜਾਣਾ, ਮੈਂ ਤੇਰੇ ਨਾਲ ਆ। ਸੋ ਜਾ ਕੀ ਧੀਰਕ ਇਸ ਮਨੇ ਸੁਧਾਰੇ, ਤੇ ਮਨ ਨੇ ਸੁਧਰ ਜਾਣਾ। ਜਦੋਂ ਧੀਰਜ ਮਿਲ ਗਿਆ, ਮਨ ਦਾ ਸੁਧਰਨਾ ਕੀ ਹੈ? ਮਨ ਦਾ ਸੁਧਰਨਾ ਇਹ ਹੈ, ਨਹੀਂ ਤਾਂ ਨਾ ਮਨ ਜਿਹੜਾ ਇਹਦੇ ਵਿੱਚ ਜਿੱਥੇ ਨਾਮ ਚੱਲਣਾ ਨਾ, ਉੱਥੇ ਕੁਝ ਹੋਰ ਹੀ ਚੱਲਣ ਲੱਗ ਜਾਂਦਾ ਹੈ। ਮਨੁੱਖ ਦੀ ਜਿਹੜੀ ਲੋੜ ਹੈ, ਮਨੁੱਖ ਦੀ ਜਿਹੜੀ ਜ਼ਰੂਰਤ ਹੈ, ਉਹਦੇ ਅੰਦਰ ਚਿੰਤਾ ਪੈਦਾ ਕਰ ਦਿੰਦੀ ਹੈ, ਫਿਕਰ ਪੈਦਾ ਕਰ ਜਾਂਦੀ ਹੈ। ਤੇ ਜਦੋਂ ਕੋਈ ਧੀਰਜ ਦੇ ਦੇਵੇ, ਫਿਰ ਨਾ ਚਿੰਤਾ ਰਹੀ ਤੇ ਨਾ ਫਿਕਰ ਰਿਹਾ, ਫਿਰ ਮਨ ਦਾ ਸੁਧਾਰ ਹੋ ਗਿਆ, ਨਾਮ ਦੇ ਨਾਲ ਜੁੜਿਆ ਰਹਿ ਗਿਆ, ਨਾਮ ਨੂੰ ਜਪਦਾ, ਨਾਮ ਦਾ ਸਿਮਰਨ ਕਰਦਾ, ਇਹ ਮਨ ਦਾ ਸੁਧਾਰ ਹੋ ਗਿਆ। ਮੇਰੇ ਖਿਆਲ ਗੱਲ ਦੀ ਸਮਝ ਆ ਗਈ ਹੋਣੀ ਹੈ। ਜਾ ਕੀ ਧੀਰਕ, ਜਦੋਂ ਗੁਰੂ ਧੀਰਜ ਦੇ ਦਿੰਦਾ ਨਾ ਵੀ ਤੂੰ ਫਿਕਰ ਨਾ ਕਰ, ਇਸ ਮਨੇ ਸੁਧਾਰੇ, ਤੇ ਫਿਰ ਇਹ ਮਨ ਸੁਧਰ ਜਾਂਦਾ ਵੀ ਗੁਰੂ ਨੇ ਜਦੋਂ ਕਿਰਪਾ ਕਰ ਦਿੱਤੀ, ਕਹਿ ਦਿੱਤਾ ਤੂੰ ਫਿਕਰ ਨਾ ਕਰ, ਤੇ ਫਿਰ ਮਨ ਦੇ ਵਿੱਚ ਹੁਣ ਫਿਕਰ ਨਹੀਂ ਚੱਲੇਗਾ, ਗੁਰੂ ਦਾ ਜਸ ਚੱਲੇਗਾ, ਗੁਰੂ ਦਾ ਨਾਮ ਚੱਲੇਗਾ, ਗੁਰੂ ਦੀ ਬਾਣੀ ਹੈ ਜਿਹੜੀ, ਉਹਦਾ ਪ੍ਰਵਾਹ ਚੱਲੇਗਾ ਜੀ। ਜਾ ਕੈ ਸਿਮਰਨ ਮੁਖ ਉਜਲਾਰੇ, ਤੇ ਜਿਸ ਨੂੰ ਚੇਤੇ ਕੀਤਿਆਂ ਮੁਖ ਜਿਹੜਾ ਇਹ ਪਵਿੱਤਰ ਹੁੰਦਾ ਹੈ, ਉਜਲ ਹੁੰਦਾ ਹੈ ਜੀ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਜਿਹੜੇ ਉਸ ਪ੍ਰਭੂ ਪਰਮਾਤਮਾ ਦੀ ਸੇਵਾ ਕਰਨ ਵਾਲੇ ਨੇ ਨਾ, ਉਹਨਾਂ ਨੂੰ ਵਾਹਿਗੁਰੂ ਨੇ ਆਪ ਹੀ ਸਵਾਰਨਾ ਕੀਤਾ ਹੈ। ਅਸੀਂ ਸੰਵਰਦੇ ਕਿਵੇਂ ਆ? ਜਦੋਂ ਅਸੀਂ ਧੰਨ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਾਂ, ਗੁਰੂ ਮਹਾਰਾਜ ਜੀ ਦੀ ਦਾਤ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਂਦੇ ਹਾਂ, ਸਤ ਬਾਣੀਆਂ ਦਾ ਨਿਤ ਨੇਮ ਕਰਨ ਲੱਗ ਜਾਂਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੀ ਅਟੁੱਟ ਸ਼ਰਧਾ ਜਿਹੜੀ ਹੈ ਇਹ ਹੋ ਜਾਂਦੀ ਹੈ, ਤੇ ਫਿਰ ਸਮਝ ਲਓ ਸਾਡਾ ਸਵਾਰ ਹੀ ਹੋ ਗਿਆ, ਅਸੀਂ ਸੰਵਰ ਗਏ ਹਾਂ। ਇਹਦਾ ਨਾਂ ਹੈ ਜੀਵਨ ਦਾ ਸਵਾਰਨਾ, ਇਸ ਨਾਲ ਜੀਵਨ ਸੰਵਰਦਾ ਹੈ ਜੀ। ਸਰਣ ਨਾਨਕ ਤਿਨ ਸਭ ਬਲਿਹਾਰੇ, ਤੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਇਸ ਤਰ੍ਹਾਂ ਆ ਗਏ ਨੇ, ਅਸੀਂ ਉਹਨਾਂ ਤੋਂ ਸਦਾ ਹੀ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਸੋਹੀ ਮਹੱਲਾ ਪੰਜਵਾ, ਰਹਿਣ ਨਾ ਪਾਵਹਿ ਸੁਰ ਨਰ ਦੇਵਾ। ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ 740 ਅੰਗ, ਤੇ ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਸਾਨੂੰ ਇਸ ਸੰਸਾਰ ਦੀ ਜਿਹੜੀ ਨਾਸਵਤ ਹੈ ਉਹ ਵਿਖਾ ਰਹੇ ਨੇ, ਉਹਦਾ ਚਿਤਰਨ ਕਰ ਰਹੇ ਨੇ ਵੀ ਸੰਸਾਰ ਹੈ ਜਿਹੜਾ ਇਹ ਨਾਸਵਾ ਨੇ, ਇੱਥੇ ਰਹਿਣਾ ਨਹੀਂ ਕਿਸੇ ਨੇ, ਰਹਿਣ ਨਾ ਪਾਵੇ, ਨਹੀਂ ਰਹਿਣ ਸਕਣਗੇ। ਸੁਰ ਨਰ, ਭਾਵੇਂ ਉਹ ਦੇਵਤਾ ਹੈ ਤੇ ਭਾਵੇਂ ਮਨੁੱਖ ਹੈ, ਨਰ ਦੇਵਾ, ਇਹ ਨਰ ਨਾਗੀ ਦੇਵਾ ਨਾਲ ਵੀ ਲਾ ਲੈਣਾ, ਇਹਦੇ ਤਿੰਨ ਅਰਥ ਨੇ। ਸੁਰ ਕਹਿੰਦੇ ਨੇ ਦੇਵਤੇ ਨੂੰ, ਤੇ ਨਰ ਕਹਿੰਦੇ ਨੇ ਮਨੁੱਖ ਨੂੰ। ਨਰ ਦੇਵਾ ਉਹਨੂੰ ਕਹਿੰਦੇ ਨੇ ਜਿਵੇਂ ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਆਪ ਹੀ ਕਿਰਪਾ ਕੀਤੀ, ਸਾਨੂੰ ਦੱਸਿਆ ਨਾ, ਮਾਨਸ ਤੇ ਦੇਵਤੇ ਪਏ ਬਲਿਹਾਰੀ ਗੁਰ ਆਪਣੇ। ਅਸੀਂ ਆਪਣੇ ਗੁਰੂ ਮਹਾਰਾਜ ਜੀ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ, ਜਿਨ੍ਹਾਂ ਨਾ ਮਨੁੱਖਾ ਜੀਵਨ ਤੋਂ ਨਾ ਦੇਵਤਿਆਂ ਵਰਗਾ ਜੀਵਨ ਬਣਾ ਦਿੱਤਾ। ਜਾਨੀ ਭਾਵੇਂ ਦੇਵਤਾ ਹੈ ਤੇ ਭਾਵੇਂ ਮਨੁੱਖ ਹੈ, ਤੇ ਭਾਵੇਂ ਇਸ ਤਰ੍ਹਾਂ ਦਾ ਮਨੁੱਖ ਹੈ, ਉਹਨੇ ਆਪਣਾ ਜੀਵਨ ਦੇਵਤਿਆਂ ਵਰਗਾ ਬਣਾ ਲਿਆ ਨਾ, ਇਹਨਾਂ ਵਿੱਚੋਂ ਕੋਈ ਵੀ ਇਸ ਦੁਨੀਆ ਤੇ ਰਹਿ ਨਹੀਂ ਸਕੇਗਾ ਜੀ। ਊਠ ਸੁਧਾਰੇ ਕਰ ਮਨ ਜਨ ਸੇਵਾ, ਊਠ ਸੁਧਾਰੇ ਤੋਂ ਭਾਵ ਇਸ ਦੁਨੀਆ ਤੋਂ ਚਲੇ ਗਏ ਨੇ ਕਰਕੇ ਮੁਨ ਜਨ ਸੇਵਾ। ਮੁਨ ਜਿਨ੍ਹਾਂ ਨੇ ਮਨ ਨੂੰ ਮੁੰਨਿਆ ਹੋਇਆ ਉਹਨਾਂ ਨੂੰ ਮੁਨ ਆਖਿਆ ਜਾਂਦਾ ਸੀ। ਮੁੰਨੀ ਸ਼ਬਦ ਹੈ ਜਿਹੜਾ ਉਹਦੇ ਲਈ ਵਰਤਿਆ ਜਾਂਦਾ ਜਿਹਨੇ ਆਪਣੇ ਮਨ ਨੂੰ ਮੁੰਨ ਲਿਆ। ਮਨ ਨੂੰ ਮੁੰਨਣ ਤੋਂ ਭਾਵ ਵੀ ਮਨ ਦੀ ਇਕਾਗਰਤਾ ਹੋ ਗਈ, ਔਰ ਮਨ ਦੇ ਵਿੱਚ ਕੋਈ ਵੀ ਗਲਤ ਖਿਆਲ ਹੈ ਜਿਹੜਾ ਉਹ ਨਹੀਂ ਚੱਲਦਾ। ਮਨ ਜਿਹੜਾ ਇਹ ਖਿਆਲਾਂ ਤੋਂ ਰਹਿਤ ਹੋ ਗਿਆ ਹੈ, ਉਸ ਨੂੰ ਮੁੰਨੀ ਆਖਿਆ ਜਾਂਦਾ ਸੀ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਹ ਵੀ ਊਠ ਸੁਧਾਰੇ ਨੇ। ਕਿਹੜੇ? ਕਰ ਮੁਨ ਜਨ ਸੇਵਾ, ਜਿਹੜੇ ਮੁਨੀ ਤੇ ਜਨ ਸਨ ਨਾ, ਜਿਹੜੇ ਜਨ ਤੋਂ ਮਨੁੱਖ ਆਪਾਂ ਸਾਰੇ ਜਨ ਮੁਨ, ਜਿਨ੍ਹਾਂ ਨੇ ਮਨ ਨੂੰ ਮੁੰਨਿਆ ਹੋਇਆ ਹੈ, ਇਹ ਸਾਰੇ ਸੇਵਾਦਾਰ ਨੇ ਜਿਹੜੇ ਭਾਈ, ਇਹ ਵੀ ਇਸ ਦੁਨੀਆ ਤੋਂ ਚਲੇ ਗਏ ਹਨ ਜੀ। ਜੀਵਤ ਵੇਖੇ ਜਿਨੀ ਹਰ ਹਰ ਧਿਆਇਆ, ਕੁਝ ਵੇਖੇ ਨੇ ਜਿਹੜੇ ਅੱਜ ਵੀ ਜਿਉਂਦੇ ਨੇ, ਜਿਵੇਂ ਧਰੂ ਭਗਤ ਤੇ ਅੱਜ ਵੀ ਜਿਉਂਦਾ ਹੈ, ਪ੍ਰਹਲਾਦ ਭਗਤ ਤੇ ਅੱਜ ਵੀ ਜਿਉਂਦਾ ਹੈ, ਸਾਹਿਬਜ਼ਾਦੇ ਨੇ ਜਿਨ੍ਹਾਂ ਦਾ ਅਸੀਂ ਅੱਜ ਇਤਿਹਾਸ ਯਾਦ ਕੀਤਾ ਹੈ, ਇਹ ਰਹਿਣ ਵਾਲਿਆਂ ਦੀ ਗਿਣਤੀ 'ਚ ਆ ਗਏ ਨੇ, ਇਹ ਰਹੇ ਹੋਏ ਨੇ। ਜੀਵਤ ਵੇਖੇ, ਇਹ ਅਮਰ ਨੇ, ਇਹਨਾਂ ਨੂੰ ਜਿਉਂਦਿਆਂ ਵੇਖਿਆ ਗਿਆ ਹੈ।
ਇਸ ਤਰ੍ਹਾਂ ਦੇ ਜਿਹੜੇ ਨੇ ਹਰ ਧਿਆਏ, ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ, ਸਿਮਰਨ ਕੀਤਾ ਹੈ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਇਹ ਸਾਰੇ ਜਿਨ੍ਹਾਂ ਨੂੰ ਅੱਜ ਵੀ ਲੋਕਾਈ ਦੁਨੀਆ ਯਾਦ ਕਰਦੀ ਹੈ ਭਾਈ, ਇਹ ਉਹਨਾਂ ਦੀ ਗਿਣਤੀ ਵਿੱਚ ਨੇ ਜਿਹੜੇ ਜਿਉਂਦੇ ਨੇ। ਬਿਨਾਂ ਉਸ ਪ੍ਰਭੂ ਪਰਮਾਤਮਾ ਦੇ ਨਾਮ ਤੋਂ, ਬਿਨਾਂ ਉਸ ਦੇ ਸਿਮਰਨ ਤੋਂ, ਬਿਨਾਂ ਉਸ ਦੀ ਭਗਤੀ ਤੋਂ, ਬੰਦਗੀ ਤੋਂ ਨਾ ਇਹ ਜੀਵਨ ਹੈ ਜਿਹੜਾ ਇਹ ਨਹੀਂ ਬਣਦਾ ਹੈ ਜੀ। ਸਾਧ ਸੰਗਤ ਨੇ ਦਰਸ਼ਨ ਪਾਇਆ, ਇਹਨਾਂ ਨੇ ਉਸ ਪ੍ਰਭੂ ਪਰਮਾਤਮਾ ਦਾ ਦਰਸ਼ਨ ਪਾਇਆ ਸਾਧ ਸੰਗਤ ਦੇ ਵਿੱਚ ਆਣ ਕੇ। ਸਤ ਸੰਗਤ ਤੋਂ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੀ ਪ੍ਰਾਪਤੀ ਹੋਈ ਹੈ। ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਤੇ ਗੁਰੂ ਜੀ ਕਹਿੰਦੇ ਨੇ ਉਹ ਭਾਈ ਜਿਉਂਦਿਆਂ ਦੀ ਗਿਣਤੀ ਵਿੱਚ ਆਉਂਦੇ ਹਨ ਜੀ। ਰਹਾਉ ਬਾਦਸ਼ਾਹ ਬਾਬਾ ਜੀ ਮਰਨਾ, ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਭਾਵੇਂ ਕੋਈ ਬਾਦਸ਼ਾਹ ਹੈ ਤੇ ਭਾਵੇਂ ਕੋਈ ਸ਼ਾਹੂਕਾਰ ਹੈ ਤੇ ਭਾਵੇਂ ਕੋਈ ਵਪਾਰ ਕਰਨ ਵਾਲਾ ਹੈ, ਮਰਨਾ ਸਾਰਿਆਂ ਨੇ। ਬਾਦਸ਼ਾਹ ਜੋ ਰਾਜੇ ਅਸੀਂ ਮਹਾਰਾਜੇ ਆਖ ਦਿੰਦੇ ਆ, ਸ਼ਾਹ ਫਿਰ ਰਾਜਿਆਂ ਤੋਂ ਛੋਟੇ ਹੁੰਦੇ ਨੇ, ਸ਼ਾਹੂਕਾਰ ਹੁੰਦੇ ਨੇ, ਇਹਨਾਂ ਕੋਲ ਧਨ ਦੌਲਤ ਬੜੀ ਹੁੰਦੀ ਹੈ। ਵਪਾਰੀ ਜਿਹੜੇ ਲੋਕ ਵਪਾਰ ਕਰਦੇ ਨੇ, ਮਰਨਾ ਇਹਨਾਂ ਸਾਰਿਆਂ ਨੇ ਮਰਨਾ, ਇਹ ਮਰਨ ਵਾਲਿਆਂ ਦੇ ਵਿੱਚ ਹਨ ਜੀ। ਜੋ ਦਿਸੈ ਸੋ ਕਾਲ ਹੈ ਖਰਨਾ, ਜਿਹੜਾ ਵੀ ਸਾਨੂੰ ਇਸ ਤਰ੍ਹਾਂ ਦਾ ਕੋਈ ਦਿਸ ਰਿਹਾ ਨਾ, ਉਸ ਨੂੰ ਕਾਲ ਨੇ ਨਾ ਲੈ ਹੀ ਜਾਣਾ। ਸਮਾਂ, ਕਾਲ ਦਾ ਅਰਥ ਸਮਾਂ ਹੈ। ਅਸੀਂ ਮੌਤ ਨੂੰ ਕਾਲ ਆਖ ਦਿੰਦੇ ਹਾਂ, ਕਾਲ ਦਾ ਅਰਥ ਸਮਾਂ ਹੈ, ਭਾਵ ਉਹ ਸਮਾਂ ਸਾਡਾ ਪੂਰਾ ਹੋ ਗਿਆ ਹੈ। ਜੋ ਦਿਸੇ, ਜੋ ਵੀ ਸਾਨੂੰ ਦਿਸ ਰਿਹਾ ਨਾ, ਸੋ ਕਾਲੇ ਕਰਨਾ, ਉਸ ਨੂੰ ਨਾ ਸਮੇਂ ਨੇ ਜਿਹੜਾ ਨਾ ਆਪਣੇ ਨਾਲ ਲੈ ਜਾਣਾ ਹੈ ਜੀ। ਕੂੜੈ ਮੋਹੇ ਲਪਟ ਲਪਟਾਨਾ, ਤੇ ਅਸੀਂ ਪ੍ਰਾਣੀਆਂ ਜਿਹੜੇ ਝੂਠ ਦੇ ਮੋਹ ਦੇ ਵਿੱਚ, ਝੂਠ ਦੇ ਲਾਲਚ ਦੇ ਵਿੱਚ ਲਪਟੇ ਹੋਏ ਆ ਤੇ ਲਪਟਾਣਾ, ਇਹਨਾਂ ਨੂੰ ਵੀ ਆਪਣੇ ਤੇ ਲਪਟਾ ਰਹੇ। ਇੱਕ ਹੁੰਦਾ ਹੈ ਉਹ ਲਪਟਣਾ ਨਹੀਂ ਚਾਹੁੰਦਾ, ਬਚਣਾ ਚਾਹੁੰਦਾ ਹੈ, ਆਪਣਾ ਬਚਾਅ ਕਰਦਾ ਹੈ। ਇੱਕ ਹੈ ਉਹ ਬਚਾ ਹੀ ਨਹੀਂ ਚਾਹੁੰਦਾ, ਉਹ ਬਚਣਾ ਨਹੀਂ ਚਾਹੁੰਦਾ। ਲਪਟ ਲਪਟਾਣਾ, ਲਪਟ ਦਾ ਅਰਥ ਹੁੰਦਾ ਚੰਬੜਨਾ ਤੇ ਲਪਟਾਣਾ ਅਗਲੇ ਨੂੰ ਵੀ ਆਖਣਾ ਮੇਰੇ ਤੇ ਚਿੱਕੜ ਸੱਟ ਦੇ ਵਾਵਾ ਸਾਰਾ। ਇਸ ਦੇ ਲਈ ਇੱਕ ਨੁਕਤਾ ਹੈ, ਦੋ ਬੱਚੇ ਨੇ। ਇੱਕ ਬੱਚਾ ਜਿਹੜਾ ਕਿਸੇ ਕਾਰਨ ਉਹ ਮਜਬੂਰੀ ਹੈ ਜਾਂ ਕੋਈ ਕਾਰਨ ਬਣ ਗਿਆ ਜਾਂ ਵਿਧੀ ਦਾ ਵਿਧਾਨ ਹੀ ਇਸ ਤਰ੍ਹਾਂ ਦਾ ਉਹ ਚਿੱਕੜ ਦੇ ਵਿੱਚ ਡਿੱਗ ਪਿਆ। ਹੁਣ ਜਦੋਂ ਚਿੱਕੜ ਦੇ ਵਿੱਚ ਡਿੱਗ ਪਿਆ ਨਾ ਤੇ ਚਿੱਕੜ ਦੇ ਵਿੱਚ ਡਿੱਗਿਆ, ਪਰ ਅੰਦਰ ਦਾ ਜਿਹੜਾ ਖਿਆਲ ਹੈ ਨਾ, ਕਿਉਂਕਿ ਜੀਵਨ ਹੈ ਜਿਹੜਾ ਇਹ ਸਫਲ ਹੁੰਦਾ ਅੰਦਰ ਦੇ ਖਿਆਲ ਦੇ ਨਾਲ। ਅੰਦਰ ਦਾ ਖਿਆਲ ਹੈ ਵੀ ਕੋਈ ਗੁਰਮੁਖ ਪਿਆਰਾ ਆਵੇ ਤੇ ਮੇਰੀ ਬਾਹ ਫੜ ਕੇ ਮੈਨੂੰ ਬਾਹਰ ਕੱਢ ਲਵੇ ਇਸ ਚਿੱਕੜ ਚੋਂ ਤੇ ਮੈਂ ਫਿਰ ਨਹੀਂ ਡਿੱਗਾਂਗਾ। ਇੱਕ ਹੁਣ ਜਿਹੜਾ ਹੈ ਉਹ ਬਾਹਰ ਹੈ, ਉਹਦੀ ਮਾਂ ਨੇ ਉਹਨੂੰ ਨਵਾਇਆ ਧਵਾਇਆ ਪਰ ਉਹਦੀ ਬਾਹ ਫੜੀ ਹੋਈ ਹੈ। ਉਹ ਚਿੱਕੜ ਦੇ ਵਿੱਚ ਲਿਬੜਨਾ ਚਾਹੁੰਦਾ ਹੈ। ਉਹ ਭੱਜ ਭੱਜ ਕੇ ਉਹਦਾ ਅੰਦਰ ਦਾ ਖਿਆਲ ਹੈ ਵੀ ਮੈਂ ਚਿੱਕੜ ਦੇ ਵਿੱਚ ਲਿਬੜਾਂ, ਉਹ ਚਿੱਕੜ ਦੇ ਵਿੱਚ ਲਿਬੜਨਾ ਚਾਹੁੰਦਾ ਹੈ। ਇਸ ਤਰ੍ਹਾਂ ਦੋ ਖਿਆਲਾਂ ਦੇ ਮਨੁੱਖ ਨੇ। ਇੱਕ ਕੁਦਰਤੀ ਤੌਰ ਤੇ ਉਹ ਪਰਮਾਤਮਾ ਦੇ ਬਣਾਏ ਹੋਏ ਨਿਯਮ ਦੇ ਅਨੁਸਾਰ ਉਸ ਦਾ ਜੀਵਨ ਹੈ ਜਿਹੜਾ ਕੋਈ ਬਚਪਨ ਤੋਂ ਇਸ ਤਰ੍ਹਾਂ ਚਿੱਕੜ ਦੇ ਵਿੱਚ ਲਿਬੜਿਆ, ਪਰ ਅੰਦਰ ਦਾ ਜਿਹੜਾ ਖਿਆਲ ਹੈ ਉਹ ਬਚਨ ਦਾ ਹੈ। ਜਿਵੇਂ ਸਦਨਾ ਜੀ ਸੀ, ਕਸਾਈ ਸੀ, ਇਹਨਾਂ ਦੇ ਨਾਂ ਨਾਲ ਕਸਾਈ ਲੱਗੇ ਹੈ, ਪਰ ਅੰਦਰ ਦਾ ਜਿਹੜਾ ਖਿਆਲ ਸੀ ਉਹ ਇਹ ਸੀ ਵੀ ਇਹ ਕਰਮ ਹੈ ਜਿਹੜਾ ਇਹ ਮੇਰੀ ਕਿਰਤ ਹੈ, ਪਰ ਮੈਂ ਇਹ ਕਰਨੀ ਨਹੀਂ ਚਾਹੁੰਦਾ। ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਚਾਹੁੰਦਾ, ਭਜਨ ਬੰਦਗੀ ਕਰਨਾ ਚਾਹੁੰਦਾ। ਤੇ ਪ੍ਰਭੂ ਪਰਮਾਤਮਾ ਨੇ ਫਿਰ ਬਾਂਹ ਫੜ ਕੇ ਕੱਢ ਲਿਆ ਇਸ ਚਿੱਕੜ ਚੋਂ। ਇਸ ਤਰ੍ਹਾਂ ਗਣਕਾਇਨ ਦੇ ਅੰਦਰ ਦਾ ਵੀ ਖਿਆਲ ਸੀ। ਖਿਆਲ ਇਹ ਸੀ ਵੀ ਮੇਰਾ ਜੀਵਨ ਹੈ ਜਿਹੜਾ ਇਹ ਦੁਰਾਚਾਰ ਵਾਲਾ ਹੈ ਤੇ ਗੁਰੂ ਕਿਰਪਾ ਕਰੇ ਕਿਸੇ ਹੋਰ ਢੰਗ ਤਰੀਕੇ ਨਾਲ ਰੋਜੀ ਰੋਟੀ ਮਿਲ ਜਾਵੇ ਤੇ ਮੈਂ ਇਹਦੇ ਤੋਂ ਖਪਾ ਹੋ ਜਾ, ਇਹਨੂੰ ਛੱਡ ਦਿਆਂ। ਹੁਣ ਇਹਨਾਂ ਨੂੰ ਗੁਰੂ ਨੇ ਕਿਰਪਾ ਕੀਤੀ ਹੈ, ਕਿਸੇ ਨਾ ਕਿਸੇ ਬਹਾਨੇ ਦੇ ਨਾਲ ਬਚਾ ਲਿਆ। ਇਸ ਤਰ੍ਹਾਂ ਦੇ ਹੋਰ ਵੀ ਗੁਰਬਾਣੀ 'ਚ ਅਜਾਮਲ ਪਾਪੀ ਹੋਰ ਵੀ ਬੜੇ ਖਿਆਲ ਇਸ ਤਰ੍ਹਾਂ ਦੇ ਗੁਰਬਾਣੀ ਦੇ ਅੰਦਰ ਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਨੇ। ਹੁਣ ਇੱਕ ਉਹਦਾ ਜੀਵਨ ਹੈ ਜਿਹੜਾ ਉਹ ਵੇਖਣ ਨੂੰ ਬੜਾ ਵਧੀਆ ਲੱਗਦਾ, ਪਰ ਉਹਦੇ ਜਿਹੜੇ ਖਿਆਲ ਨੇ ਅੰਦਰ ਦੇ ਉਹ ਗਲਤ ਨੇ। ਉਹ ਧੱਕੇ ਨਾਲ ਚਿੱਕੜ ਦੇ ਵਿੱਚ ਡਿੱਗਣਾ ਚਾਹੁੰਦਾ ਤੇ ਫਿਰ ਗੁਰੂ ਕਹਿੰਦਾ ਚੰਗਾ ਛੱਡੀ ਤੇਰੀ ਬਾਂਹ, ਤੂੰ ਲਿਬੜ ਕੇ ਵੇਖ ਲੈ, ਵੀ ਸ਼ੌਂਕ ਪੂਰਾ ਕਰ ਲਾ। ਇਹਨੂੰ ਕਹਿੰਦੇ ਨੇ ਲਪਟਾਣਾ। ਲਪਟ ਆਪ ਲਪੜਨਾ ਤੇ ਲਪਟਾਣਾ ਅਗਲੇ ਨੂੰ ਆਖਣਾ ਵਾਵਾ ਸਾਰਾ ਚਿੱਕੜ ਮੇਰੇ ਤੇ ਸੱਟ ਦੇ, ਮੈਨੂੰ ਲਬੇੜ ਦੇ। ਹੁਣ ਗੁਰੂ ਜੀ ਕਿਰਪਾ ਕਰਦੇ ਨੇ, ਕੂੜੇ ਮੋਹ ਝੂਠ ਦਾ ਮੋਹ ਏ
ਇਸ ਝੂਠ ਦੇ ਮੋਹ ਦੇ ਵਿੱਚ ਆਪ ਵੀ ਲਿਬੜਿਆ ਹੈ ਤੇ ਅਗਲੇ ਨੂੰ ਵੀ ਕਹਿੰਦਾ ਵੀ ਮੈਨੂੰ ਲਪੇਟ ਦੇ। ਛੋੜ ਚਲਿਆ ਤਾਂ ਫਿਰ ਪਛਤਾਨਾ। ਪਤਾ ਉਦੋਂ ਲੱਗਦਾ ਮਨੁੱਖ ਨੂੰ ਜਦੋਂ ਛੱਡ ਕੇ ਤੁਰ ਪੈਂਦਾ ਹੈ। ਜਦੋਂ ਛੱਡ ਕੇ ਤੁਰਦਾ ਤੇ ਫਿਰ ਬੜਾ ਮਨ ਦੇ ਵਿੱਚ ਪਛਤਾਵਾ ਹੁੰਦਾ ਹੈ ਜੀ। ਕਿਰਪਾ ਨਿਧਾਨ ਨਾਨਕ ਕਉ ਕਰਹੁ ਦਾਤ। ਧੰਨ ਗੁਰਬਾਣੀ ਕਿਰਪਾ ਕਰ ਰਹੀ ਹੈ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਕਿਰਪਾ ਨਿਧਾਨ, ਨਿਧਾਨ ਦਾ ਅਰਥ ਹੁੰਦਾ ਖਜ਼ਾਨਾ। ਹੇ ਮੇਰੇ ਸੱਚੇ ਸਤਿਗੁਰ ਜੀ, ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਕਰੋ ਦਾਤ। ਤੇ ਤੁਸੀਂ ਦਾਤ ਕਰੋ। ਦਾਤ ਕਾਹਦੀ ਕਰੋ? ਨਾਮ ਦੀ ਦਾਤ ਕਰੋ, ਅੰਦਰ ਦੇ ਖਿਆਲਾਂ ਦੀ ਦਾਤ ਕਰੋ। ਅੰਦਰ ਦੇ ਖਿਆਲ ਨੇ ਜਿਹੜੇ ਇਹ ਉੱਚੇ ਤੇ ਸੁੱਚੇ ਹੋ ਜਾਣ ਜੀ। ਨਾਮ ਤੇਰਾ ਜਪੀ ਦਿਨ ਰਾਤ। ਇਹ ਦਾਤ ਕਰ, ਤੇਰੇ ਨਾਮ ਨੂੰ ਮੈਂ ਜਪਦਾ ਰਵਾਂ, ਦਿਨ ਹੋਵੇ ਤੇ ਭਾਵੇਂ ਹੋਵੇ ਰਾਤ। ਆਪ ਜੀ ਦਾ ਨਾਮ ਹੈ ਜਿਹੜਾ ਇਹ ਮੈਂ ਜਪਦਾ ਰਵਾਂ। ਹੇ ਸੱਚੇ ਸਤਿਗੁਰੂ ਧੰਨ ਗੁਰੂ ਮਹਾਰਾਜ ਜੀ, ਸਾਡੇ ਤੇ ਇਹ ਦਾਤ ਕਰਨੀ ਕਰੋ ਜੀ। ਸੋਹੀ ਮਹੱਲਾ ਪੰਜਵਾ। ਘਾਟ ਘਾਟ ਅੰਤਰ ਤੁਮਹਿ ਬਸਾਰੇ। ਧੰਨ ਪਾਵਨ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ। ਘਾਟ ਸਾਡੇ ਸਰੀਰ ਨੂੰ ਆਖਿਆ। ਹਰ ਇੱਕ ਸਰੀਰ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦਾ ਵਾਸਾ ਹੈ। ਕੋਈ ਵੀ ਇਸ ਤਰ੍ਹਾਂ ਦਾ ਸਰੀਰ ਨਹੀਂ ਹੈਗਾ ਜਿੰਦੇ 'ਚ ਰੱਬ ਦਾ ਵਾਸਾ ਨਾ ਹੋਵੇ। ਹਰ ਪ੍ਰਕਾਰ ਦਾ ਦੁੱਧ ਦੇ ਮੱਖਣ ਉਹਦੇ 'ਚ ਜ਼ਰੂਰ ਹੈਗਾ ਹੈ। ਇੱਕ ਬੋਤੀ ਦਾ ਦੁੱਧ ਦੇ ਕਹਿੰਦੇ ਇਹ ਨਹੀਂ ਜੰਮਦਾ। ਦਾਸ ਨੇ ਪੜ੍ਹਿਆ ਸੀ ਕਿਤੇ, ਉੱਥੇ ਦੁੱਧਾਂ ਦਾ ਜ਼ਿਕਰ ਸੀ ਬਈ ਸਾਰੇ ਪ੍ਰਕਾਰ ਦੇ ਦੁੱਧ ਦੇ ਵਿੱਚ ਨਾ ਮੱਖਣ ਹੁੰਦਾ, ਭਾਵੇਂ ਉਹ ਕਿਸੇ ਤਰ੍ਹਾਂ ਦਾ ਵੀ ਦੁੱਧ ਦੇ, ਪਰ ਬੋਤੀ ਦਾ ਦੁੱਧ ਦੇ ਕਹਿੰਦੇ ਇਹ ਜੰਮਦਾ ਨਹੀਂ। ਜਿਵੇਂ ਆਪਾਂ ਦਹੀਂ ਜਮਾਨੇ ਆ, ਪਰ ਬਿਨਾਂ ਜੰਮੇ ਤੋਂ ਇਹਨੂੰ ਜਦੋਂ ਜਾਗ ਲਾਈ ਜਾਂਦੀ, ਰਿੜਕਿਆ ਜਾਂਦਾ ਤੇ ਮੱਖਣ ਇਹਦੇ ਚੋਂ ਵੀ ਨਿਕਲ ਜਾਂਦਾ। ਇਹਦੀਆਂ ਦਹੀਂ ਦੀ ਤਰ੍ਹਾਂ ਫੁੱਟੀਆਂ ਨਹੀਂ ਬਣਦੀਆਂ। ਰੋ ਵਿਚਾਰ ਆਪਾਂ ਉਧਰ ਨਾ ਹੀ ਜਾਈਏ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਘਾਟ ਘੜ ਅੰਤਰ ਤੁਮਹਿ ਬਸਾਰੇ। ਹੇ ਮੇਰੇ ਸੱਚੇ ਸਤਿਗੁਰ ਜੀ, ਕੋਈ ਵੀ ਇਸ ਤਰ੍ਹਾਂ ਦਾ ਸਰੀਰ ਨਹੀਂ ਹੈਗਾ ਜਿੰਦੇ ਵਿੱਚ ਤੇਰਾ ਵਾਸਾ ਨਾ ਹੋਵੇ ਜੀ। ਸਗਲ ਸਮਗਰੀ ਸੂਤ ਤੁਮਾਰੇ। ਸੂਤ ਤੋਂ ਅਰਥ ਧਾਗਾ ਹੁੰਦਾ ਹੈ, ਨਿਯਮ, ਰੂਲ। ਹੇ ਮੇਰੇ ਪਰਮਾਤਮਾ, ਜਿਤਨਾ ਕੁਝ ਵੀ ਹੈ ਨਾ, ਇਹ ਤੇਰੇ ਧਾਗੇ ਦੇ ਵਿੱਚ ਪਰੋਤਾ ਹੋਇਆ ਹੈ। ਜਿਵੇਂ ਫੁੱਲਾਂ ਨੂੰ ਲੈ ਲਓ, ਮੋਤੀਆਂ ਨੂੰ ਲੈ ਲਓ, ਇਹ ਸਾਰੇ ਜਿਹੜੇ ਮੋਤੀ ਨੇ ਇੱਕ ਧਾਗੇ ਦੇ ਵਿੱਚ ਪਰੋਤੇ ਹੋਏ ਨੇ। ਤੇ ਹੁਣ ਜਿੱਥੇ ਧਾਗਾ ਆਪਾਂ ਰੱਖਾਂਗੇ, ਮੋਤੀ ਵੀ ਵਿਚਾਰੇ ਉੱਥੇ ਹੋਣਗੇ। ਜਿੱਥੇ ਧਾਗੇ ਨੂੰ ਟੰਗ ਦਿਆਂਗੇ ਉੱਥੇ ਮੋਤੀ ਨਾਲ ਟੰਗੇ ਜਾਣਗੇ। ਉਸੇ ਤਰ੍ਹਾਂ ਜਿਤਨੇ ਵੀ ਸਰੀਰ ਨੇ, ਸਾਰਿਆਂ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਵਾਸਾ ਹੈ। ਸਗਲ ਸਮਗਰੀ, 1 2 4 ਨਹੀਂ, ਜੋ ਕੁਝ ਵੀ ਉਸ ਪ੍ਰਭੂ ਪਰਮਾਤਮਾ ਨੇ ਬਣਾਇਆ ਹੈ, ਭਾਵੇਂ ਉਹ ਚੰਦ ਹੈ, ਭਾਵੇਂ ਸੂਰਜ, ਸੂਤ ਤੁਮਾਰੇ ਤੇਰੀ ਮਰਿਆਦਾ ਦੇ ਵਿੱਚ ਹਨ ਜੀ। ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ। ਇਸ ਲਈ ਇਹ ਮੇਰੇ ਸੱਚੇ ਸਤਿਗੁਰ ਜੀ, ਤੂੰ ਸਾਡਾ ਪ੍ਰੀਤਮ ਹੈ ਤੇ ਤੂੰ ਹੀ ਸਾਡੇ ਪ੍ਰਾਣਾਂ ਦਾ ਆਸਰਾ ਹੈ ਜੀ। ਤੁਮ ਹੀ ਪੇਖ ਪੇਖ ਮਨ ਵਿਗਸਾਰੇ। ਤੇ ਤੇਰੇ ਦਰਸ਼ਨ ਕਰ ਕਰਕੇ ਮਨ ਹੀ ਨਾ ਜਿਹੜਾ ਇਹ ਵਿਕਸਦਾ ਹੈ, ਮਨ ਖੁਸ਼ ਹੁੰਦਾ ਹੈ, ਮਨ ਦੇ ਵਿੱਚ ਆਨੰਦ ਆਉਂਦਾ ਹੈ, ਮਨ ਦੇ ਵਿੱਚ ਸਕੂਨ ਬਣਦਾ ਹੈ ਜੀ। ਰਹਾਉ ਅਨਕ ਜੋਨ ਭ੍ਰਮ 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 ਹਾਰੇ। ਵਿਸ਼ਰਾਮ ਲਾ ਕੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਿਰਪਾ ਕਰਦੇ ਨੇ। ਆਪ ਜੀ ਦੀ ਦਾਤ, ਆਪ ਜੀ ਦੇ ਗਿਆਨ ਤੋਂ ਪਹਿਲਾਂ, ਆਪ ਜੀ ਦੇ ਚਰਨਾਂ ਦੇ ਵਿੱਚ ਆਏ ਤੋਂ ਪਹਿਲਾਂ ਨਾ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਨੇ। ਉਹਨਾਂ ਜੂਨਾਂ ਦੇ ਵਿੱਚ ਅਸੀਂ ਭ੍ਰਮੋ ਭਰਮਣ ਕਰਦੇ ਕਰਦੇ, ਜੂਨਾਂ ਭੋਗਦੇ ਭੋਗਦੇ, ਹੇ ਸੱਚੇ ਸਤਿਗੁਰ ਜੀ ਹੁਣ ਹਾਰ ਗਏ ਆ। ਤੂੰ ਕਿਰਪਾ ਕਰ, ਰਹਿਮਤ ਕਰ, ਆਪਣੇ ਨਾਮ ਦੀ ਦਾਤ ਹੈ ਜਿਹੜੀ ਉਹ ਸਾਨੂੰ ਦੇਣੀ ਕਰ। ਓਟ ਗਈ ਅਵਸਾਦ ਸੰਗਾਰੇ। ਇਹ ਸੱਚੇ ਸਤਿਗੁਰ ਜੀ, ਅਸੀਂ ਓਟ ਪਕੜ ਲਈਏ। ਗਹੀ ਦਾ ਅਰਥ ਹੈ ਪਕੜ ਲੈਣਾ, ਸਾਧ ਸੰਗਾਰੇ ਦਾ ਅਰਥ ਹੈ ਸੰਗ ਕਰ ਲਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੁਸੀਂ ਸਾਧ ਸਰੂਪ ਹੋ, ਤੁਹਾਡੀ ਹੁਣ ਅਸੀਂ ਸੰਗਤ ਕਰ ਲਈਏ ਤੇ ਆਪ ਜੀ ਦੀ ਇਹ ਓਟ ਜਿਹੜੀ ਇਹ ਅਸੀਂ ਪਕੜ ਲਈ ਹੈ ਜੀ। ਆਗਮ ਅਗੋਚਰ ਅਲਖ ਅਪਾਰੇ। ਪਾਵਨ ਪੌੜੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਵਡਿਆਈਆਂ ਨੇ। ਉਹ ਅਗਮਤਾ ਵਾਲਾ ਹੈ, ਅਗੋਚਰ ਅੱਗੇ ਤੋਂ ਅੱਗੇ ਹੈ, ਅਗਮਤਾ ਵਾਲਾ ਹੈ। ਜਿਵੇਂ ਧਰਤੀ ਤੇ ਆਕਾਸ਼ ਨੂੰ ਅਸੀਂ ਵੇਖਦੇ ਹਾਂ ਨਾ, ਤੇ ਦੂਰ ਸਾਨੂੰ ਇਹ ਲੱਗਦਾ ਵੀ ਜਿਵੇਂ ਧਰਤੀ ਜਿਹੜੀ ਆਕਾਸ਼ ਦੇ ਨਾਲ ਜੁੜੀ ਹੋਈ ਹੈ, ਜਾਂ ਆਕਾਸ਼ ਜਿਹੜਾ ਧਰਤੀ ਦੇ ਉੱਤੇ ਝੁਕਿਆ ਹੋਇਆ ਹੈ। ਜਿਵੇਂ ਜਿਵੇਂ ਅਸੀਂ ਆਪਣੇ ਸਾਧਨ ਦੇ ਨਾਲ ਅੱਗੇ ਜਾਂਦੇ ਹਾਂ, ਉਵੇਂ ਉਵੇਂ ਇਹ ਕਿਰਿਆ ਸਾਨੂੰ ਅੱਗੇ ਅੱਗੇ ਵੱਧਦੀ ਦਿਸਦੀ ਹੈ। ਇਹਨੂੰ ਅਗਮ ਆਖਦੇ ਨੇ। ਅਗੋਚਰ ਕਹਿੰਦੇ ਨੇ ਜਿਹੜੀ ਚੀਜ਼ ਇੰਦਰੀਆਂ ਦੇ ਨਾਲ ਨਾ ਪਕੜੀ ਜਾਵੇ। ਸਾਡੀਆਂ ਅੱਖਾਂ ਨੇ, ਇਹਨਾਂ ਦੀ ਕੁਝ ਕੰਪੈਸਿਟੀ ਹੈ, ਉਤਨੀ ਦੂਰੀ ਤੱਕ ਵੇਖ ਸਕਦੀਆਂ ਨੇ। ਸਾਡੇ ਹੱਥ ਨੇ, ਇਹਨਾਂ ਦੀ ਕੁਝ ਸਮਰੱਥਾ ਹੈ,
ਇਹ ਉਤਨਾ ਕੁਝ ਹੀ ਪਕੜ ਸਕਦੀਆਂ ਨੇ, ਉਸ ਤੋਂ ਜ਼ਿਆਦਾ ਜਾਂ ਘੱਟ ਵੱਧ ਜਿਹੜਾ ਉਹ ਇਹਨਾਂ ਤੋਂ ਨਹੀਂ ਪਕੜਿਆ ਜਾ ਸਕਦਾ। ਉਹ ਪਰਮਾਤਮਾ ਜਿਹੜਾ ਉਹ ਅਗਮਤਾ ਵਾਲਾ ਵੀ ਹੈ, ਉਹਦੇ ਗਿਆਨ ਨੂੰ ਜਿੰਨਾ ਹੀ ਅਸੀਂ ਅੱਗੇ ਤੋਂ ਅੱਗੇ ਪ੍ਰਾਪਤ ਕਰਦੇ ਹਾਂ ਨਾ, ਉਹਨਾਂ ਉਸ ਦਾ ਗਿਆਨ ਅੱਗੇ ਹੋਰ ਵੱਧਦਾ ਜਾਂਦਾ ਹੈ। ਅਗੋਚਰ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੈਗਾ, ਮਨ ਬੁੱਧੀ ਹੈ ਜਿਹੜੀ, ਇਹਦਾ ਵਿਸ਼ਾ ਨਹੀਂ ਹੈਗਾ। ਕਿਸੇ ਪ੍ਰਕਾਰ ਦੇ ਇੰਦਰੀ ਦੇ ਨਾਲ ਵੀ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾਂਦਾ। ਅਲੱਖ, ਉਹ ਲਖਤਾ ਤੋਂ ਵੀ ਰਹਿ ਤੇ ਉਹਨੂੰ ਲਖਿਆ ਵੀ ਨਹੀਂ ਜਾ ਸਕਦਾ। ਅਪਾਰੇ ਤੇ ਕੋਈ ਵੀ ਉਹਦਾ ਪਾਰ ਨਹੀਂ ਪਾ ਸਕਦਾ ਹੈ ਜੀ। ਨਾਨਕ ਸਿਮਰੈ ਦਿਨ ਰਹਿ ਨਾਵੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਨੂੰ ਗਿਆਨ ਦਿੰਦੇ ਨੇ ਵੀ ਅਸੀਂ ਇੱਕ ਹੀ ਕਰਮ ਕਰਨਾ, ਦਿਨ ਤੇ ਰਾਤ ਉਸ ਪ੍ਰਭੂ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੱਗੇ ਰਹਿਣਾ ਹੈ ਜੀ। ਸੋਹੀ ਮਹੱਲਾ ਪੰਜਵਾ। ਕਾਵਨ ਕਾਜ ਮਾਇਆ ਵਡਿਆਈ। ਇਹ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਜਿਹੜੀ ਮਾਇਆ ਦੀ ਵਡਿਆਈ ਦੇ ਨਾਲ ਅਸੀਂ ਵੱਡੇ ਹੁੰਨੇ ਆ ਨਾ, ਗੁਰੂ ਜੀ ਨੇ ਇਹਨੂੰ ਆਖੇ ਅੱਗੇ ਕਿਸੇ ਵੀ ਕੰਮ ਨਹੀਂ ਆਉਂਦੀ। ਜਿਹੜੀ ਕੇਵਲ ਮਾਇਆ ਦੀ ਵਡਿਆਈ ਹੈ ਨਾ, ਇਹ ਵਡਿਆਈ ਜਿਹੜੀ ਹੈ ਨਾ ਕਮਨ ਕਾਜ, ਇਹ ਕਿਸੇ ਕੰਮ ਨਹੀਂ ਆਉਂਦੀ। ਜਿਹੜੀ ਨਾਮ ਦੀ ਵਡਿਆਈ ਹੈ ਉਹ ਕੰਮ ਆਉਂਦੀ ਹੈ। ਇੱਥੇ ਇਹ ਨਹੀਂ ਸਮਝਣਾ ਵੀ ਅਸੀਂ ਨਾ ਤਿਆਗੀ ਹੋ ਜਾਣਾ। ਇਸ ਤਰ੍ਹਾਂ ਦੇ ਕਈ ਖਿਆਲ ਨੇ। ਹੋ ਸਕਦਾ ਹੈ ਉਹਨਾਂ ਖਿਆਲਾਂ ਦੇ ਨਾਲ ਮਨੁੱਖ ਜਿਹੜਾ ਇਹ ਕੁਰਾਏ ਪੈ ਗਿਆ ਹੋਵੇ। ਜਿਵੇਂ ਗ੍ਰਸਤ ਜਿਹੜਾ ਮਨੁੱਖ ਜਦੋਂ ਗ੍ਰਸਤ ਦੇ ਵਿੱਚ ਰਹਿੰਦਾ ਤੇ ਇਹਦੇ ਵਿੱਚ ਨਾ ਕਈ ਪ੍ਰਕਾਰ ਦੇ ਇਸ ਤਰ੍ਹਾਂ ਦੇ ਝਮੇਲੇ ਪੈ ਜਾਂਦੇ ਨੇ। ਕਈ ਵਾਰੀ ਨਾ ਨਿਤਨੇਮ ਵੀ ਨਹੀਂ ਹੁੰਦਾ, ਕਈ ਵਾਰੀ ਕੋਈ ਇਸ ਤਰ੍ਹਾਂ ਦੀ ਉਲਝਣ ਪੈ ਜਾਂਦੀ, ਇਸ ਤਰ੍ਹਾਂ ਦਾ ਝਮੇਲਾ ਪੈ ਜਾਂਦਾ ਹੈ ਕਿ ਅੰਮ੍ਰਿਤ ਵੇਲਾ ਨਾ ਜਿਹੜਾ ਉਹ ਹੀ ਪੁੰਜ ਜਾਂਦਾ ਹੈ, ਕਿਸੇ ਨਾ ਕਿਸੇ ਉਲਝਾ ਦੇ ਵਿੱਚ ਫਸ ਜੀਦਾ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੇ ਝਮੇਲੇ ਨੇ, ਉਲਝਣਾਂ ਨੇ, ਉਹਨਾਂ ਨੂੰ ਵੇਖ ਕੇ ਨਾ ਕਈ ਪ੍ਰਾਣੀਆਂ ਨੇ ਫਿਰ ਪਰਿਵਾਰ ਨੂੰ ਛੱਡ ਦਿੱਤਾ, ਘਰ ਨੂੰ ਛੱਡ ਦਿੱਤਾ ਤੇ ਉਹ ਜੰਗਲਾਂ ਦੇ ਵਿੱਚ ਚਲੇ ਗਏ। ਹੁਣ ਜਿਹੜਾ ਇਹ ਸੰਸਾਰ ਹੈ ਹੀ ਉਲਝਣ, ਇਹ ਜਿਹੜਾ ਸੰਸਾਰ ਹੈ ਨਾ ਇਹ ਹੈ ਹੀ ਉਲਝਣ। ਤੇ ਇਸ ਉਲਝਣ ਦੇ ਵਿੱਚ ਅਸੀਂ ਕਿਤੇ ਵੀ ਰਹੀਏ, ਉਲਝਣ ਤਾਂ ਭਾਈ ਉਲਝਣ ਹੀ ਹੈ ਨਾ। ਹੁਣ ਜੰਗਲਾਂ ਦੇ ਵਿੱਚ ਜਦੋਂ ਚਲੇ ਗਏ ਤੇ ਉੱਥੇ ਕਿਸੇ ਹੋਰ ਤਰੀਕੇ ਨਾਲ ਉਲਝ ਗਏ, ਹੈ ਤਾਂ ਉਲਝਣ ਹੀ ਨਾ। ਇੱਥੇ ਘਰ ਪਰਿਵਾਰ ਵਿੱਚ ਉਲਝੇ ਸੀ, ਜੰਗਲਾਂ 'ਚ ਗਏ ਚਲੇ ਉੱਥੇ ਕਿਸੇ ਹੋਰ ਤਰੀਕੇ ਨਾਲ ਉਲਝ ਗਏ। ਸੋ ਇਸ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਮਾਇਆ ਦੀ ਨਿੰਦਿਆ ਨਹੀਂ ਕਰ ਰਹੇ, ਸਾਨੂੰ ਇਹ ਦੱਸ ਰਹੇ ਨੇ ਵੀ ਕੇਵਲ ਮਾਇਆ ਦੇ ਪਿੱਛੇ ਦੌੜਿਆ, ਮਾਇਆ ਦੀ ਗੱਲ ਕੀਤਿਆਂ ਹੀ ਮਨੁੱਖ ਜਿਹੜਾ ਇਹਨੂੰ ਵਡਿਆਈ ਨਹੀਂ ਮਿਲਦੀ, ਇਹ ਵੱਡਾ ਨਹੀਂ ਹੁੰਦਾ। ਜਿਹੜੀ ਵਡਿਆਈ ਹੈ, ਜਿਹੜਾ ਵੱਡਪਣਾ ਹੈ ਨਾ, ਉਹ ਨਾਮ ਦੇ ਨਾਲ ਹੀ ਹੈ। ਨਾਮ ਹੈ ਜਿਹੜਾ ਇਹ ਮਨੁੱਖ ਨੂੰ ਵੱਡਾ ਕਰਦਾ ਹੈ, ਨਾਮ ਹੈ ਜਿਹੜਾ ਇਹ ਮਨੁੱਖ ਦੀ ਵੱਡੀ ਵਡਿਆਈ ਹੈ। ਕਮਨ ਕਾਜ ਮਾਇਆ ਵਡਿਆਈ, ਜੇ ਕਿਤੇ ਠੱਗੀ ਚੋਰੀ ਦੀ ਮਾਇਆ ਇਕੱਠੀ ਕਰਕੇ ਚੋਖੀ ਕਰ ਲਈਏ ਤੇ ਉਹਦੀ ਵਡਿਆਈ ਸਾਨੂੰ ਮਿਲ ਗਈ ਵੀ ਬੜਾ ਅਮੀਰ ਹੈ। ਤੇ ਇਹ ਕਿਹੜੇ ਕੰਮ ਦੀ ਹੈ ਜੇ ਨਾਮ ਨਹੀਂ ਜਪਿਆ ਹੈ ਜੀ। ਜਾ ਕੋ ਬਿਨ ਸਤਬਾਰ ਨਾ ਕਾਈ। ਤੇ ਇਹ ਮਾਇਆ ਜਿਹੜੀ ਹੈ ਇਹ ਹੈ ਵੀ ਇਸ ਤਰ੍ਹਾਂ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ, ਸੁਲਤਾਨਾ ਕਾਹੂ ਕਰਾਇਦਾ ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾਹੂ ਕਰਾਇਦਾ ਦਰ ਮੰਗਣ ਭਿੱਖ ਨਾ ਪਾਏਦਾ। ਗੁਰੂ ਮਹਾਰਾਜ ਜੀ ਕਹਿੰਦੇ ਨੇ ਜਦੋਂ ਉਹਦੀ ਨਿਗਾਹ ਪੁੱਠੀ ਹੋ ਜਾਂਦੀ ਹੈ ਨਾ, ਦੂਜੇ ਪਾਸੇ ਦੀ ਹੋ ਜਾਂਦੀ ਹੈ, ਤੇ ਫਿਰ ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ ਨੇ ਨਾ, ਉਹਨਾਂ ਨੂੰ ਦਾਤਰੀ ਫੜਾ ਦਿੰਦਾ ਵੀ ਚਲੋ ਘਾਹ ਖੋਦੋ। ਦਰ ਮੰਗਣ ਭਿੱਖ ਨਾ ਪਾਏਦਾ। ਤੇ ਜੇ ਕਿਸੇ ਦੇ ਬੂਹੇ ਤੇ ਮੰਗਤੇ ਬਣ ਕੇ ਵੀ ਜਾਣ ਤੇ ਅਗਲਾ ਕਹਿੰਦਾ ਜਾਨਾ ਨਹੀਂ ਇੱਥੋਂ, ਭੱਜ ਜਾ ਤੂੰ, ਤੇਰੇ ਵਾਸਤੇ ਪਰੌਂਠੇ ਤਿਆਰ ਨੇ। ਇਹ ਹੁਣ ਕੌਣ ਕਢਾ ਰਿਹਾ? ਉਹ ਪ੍ਰਭੂ ਕਢਵਾ ਰਿਹਾ ਮੂੰਹ ਦੇ ਵਿੱਚੋਂ। ਇਹ ਉਸ ਦੀਆਂ ਦਾਤਾਂ ਨੇ, ਉਸ ਵਾਹਿਗੁਰੂ ਦੀਆਂ ਵਡਿਆਈਆਂ ਨੇ, ਸੱਚੇ ਸਤਿਗੁਰ ਦੀਆਂ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਬਿਨ ਸਤਬਾਰ ਨਾ ਕਾਈ। ਮਾਇਆ ਦੀ ਵਡਿਆਈ ਕਾਹਦੀ ਹੈ ਭਾਈ? ਇਹ ਕੋਈ ਵਡਿਆਈ ਨਹੀਂ, ਕਿਉਂਕਿ ਇਹਨੂੰ ਨਾਸ ਹੁੰਦੀ ਨੂੰ ਨਾ ਥੋੜਾ ਸਮਾਂ ਲੱਗਦਾ ਹੈ ਜੀ। ਇਹੋ ਸੁਪਨਾ ਸੋਵਤ ਨਹੀਂ ਜਾਣੈ। ਤੇ ਜਦੋਂ ਮਾਇਆ ਦੇ ਵਿੱਚ ਮਨੁੱਖ ਹੁੰਦਾ ਫਿਰ ਉਹਦੀ ਹਾਲਤ ਸੁਪਨੇ ਵਰਗੀ ਹੁੰਦੀ ਹੈ। ਜਿਵੇਂ ਸੁਪਨੇ ਦੇ ਵਿੱਚ ਮਨੁੱਖ ਸੁੱਤਾ ਪਿਆ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਸੁਪਨਾ ਵੇਖ ਰਿਹਾ। ਅਸੀਂ ਸੁਪਨੇ ਦੇ ਵਿੱਚ ਹੁੰਨੇ ਆ, ਸੁੱਤੇ ਹੁੰਨੇ ਆ, ਵੇਖ ਰਹੇ ਸੁਪਨਾ ਹੁੰਨੇ ਆ, ਤੇ ਵੇਖੋ ਮਾਇਆ ਕਿਹੋ ਜਿਹਾ ਜਾਲ ਬਣਾ ਦਿੰਦੀ, ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਸੁਪਨਾ ਵੇਖ ਰਹੇ ਹਾਂ। ਇਸੇ ਕਰਕੇ ਗੁਰੂ ਜੀ ਰਹਿਮਤ ਕਰਦੇ ਨੇ, ਇਹੋ ਸੁਪਨਾ, ਇਹੋ ਕੋਈ ਸੁਪਨਾ ਵੇਖ ਰਿਹਾ ਹੈ
ਤੇ ਉਹ ਮਾਇਆ ਦੇ ਸੁਪਨੇ ਦੇ ਵਿੱਚ ਸੁੱਤਾ ਪਿਆ ਤੇ ਸੋਭਤ ਨਹੀਂ ਜਾਣੇ, ਉਹਨੂੰ ਸੁੱਤੇ ਨੂੰ ਪਤਾ ਹੀ ਨਹੀਂ ਲੱਗਦਾ ਹੈ ਜੀ। ਅਚੇਤ ਬੇਵਸਥਾ ਮਹਿਲ ਪਟਾਨੈ। ਅਚੇਤ ਕਹਿੰਦੇ ਨੇ ਬੇਸਮਝੀ ਨੂੰ, ਜਿੱਥੇ ਚੇਤਾ ਹੀ ਭੁੱਲ ਜਾਵੇ, ਬੇਸਮਝ ਹੋ ਜਾਵੇ, ਇਸ ਤਰ੍ਹਾਂ ਦੀ ਉਹਦੀ ਅਵਸਥਾ ਬਣ ਜਾਂਦੀ ਏ। ਮਹਿਲ ਪਟਾਨੇ ਉਹਦੀ ਅਵਸਥਾ ਇਸ ਤਰ੍ਹਾਂ ਦੀ ਬਣ ਗਈ ਹੈ ਬੇਸਮਝੀ ਵਾਲੀ, ਤੇ ਜਿਸ ਕਰਕੇ ਭਾਈ ਉਹ ਮਾਇਆ ਮਾਇਆ ਕਰ ਰਿਹਾ ਹੈ ਜੀ। ਰਹਾਉ ਮਹਾ ਮੋਹਿ ਮੋਹਿਓ ਗਾਵਾਰਾ। ਇਹ ਵੱਡੇ ਮੋਹ ਨੇ ਇਸ ਨੂੰ ਮੋਹ ਰੱਖਿਆ ਤੇ ਇਹ ਭਾਈ ਮੂਰਖਾ ਸਿਰ ਮੂਰਖ ਹੈ ਜੀ। ਵੇਖਤ ਵੇਖਤ ਊਠ ਸਿਧਾਰਾ। ਉਹਦੇ ਵੇਖਦਿਆਂ ਨਾ ਸਾਰਾ ਕੁਝ ਹੀ ਉਹਦੇ ਕੋਲ ਨਾਸ ਹੋ ਗਿਆ। ਪੇਖਤ ਵੇਖਦਿਆਂ ਊਠ ਸੁਧਾਰਾ, ਜਾਂ ਤਾਂ ਫਿਰ ਉਹ ਸਰੀਰ ਕਰਕੇ ਸੁਧਰ ਗਿਆ, ਭਾਵ ਉੱਠ ਗਿਆ, ਦੁਨੀਆ ਤੋਂ ਚਲਾ ਗਿਆ, ਤੇ ਜਾਂ ਉਹਦੇ ਵੇਖਦਿਆਂ ਸਾਰਾ ਕੁਝ ਹੀ ਉੱਥੋਂ ਨਾਸ ਹੋ ਗਿਆ। ਦੋਵੇਂ ਅਰਥ ਸਮਝ ਲੈਣੇ ਨੇ। ਪੇਖਤ ਵੇਖਦਿਆਂ ਵੇਖ ਰਿਹਾ ਸਾਰਾ ਕੁਝ। ਊਠ ਸੁਧਾਰਾ ਲੈ ਕੇ ਕੁਝ ਵੀ ਨਹੀਂ ਗਿਆ ਤੇ ਦੁਨੀਆ ਤੋਂ ਚਲਾ ਗਿਆ ਹੈ ਜੀ। ਊਚ ਤੇ ਊਚ ਤਾਕਾ ਦਰਬਾਰਾ। ਪਾਵਨ ਪੌੜੀ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਹੈ। ਸੱਚੇ ਸਤਿਗੁਰੂ ਦਾ ਦਰ ਹੈ ਜਿਹੜਾ ਭਾਈ ਇਹ ਵੱਡਿਆਂ ਤੋਂ ਵੱਡਾ, ਉੱਚਿਆਂ ਤੋਂ ਉੱਚਾ ਹੈ ਜੀ। ਕਈ ਜੰਤ ਬਿਨਾ ਹੈ ਉਪਾਰਾ। ਤੇ ਉਹ ਪ੍ਰਭੂ ਪਰਮਾਤਮਾ ਪਤਾ ਨਹੀਂ ਕਿੰਨੇ ਕੁ ਪੈਦਾ ਕਰਦਾ ਤੇ ਕਿੰਨੇ ਕੁ ਨਾਸ ਕਰਦਾ। ਬਨਾਹੇ ਦਾ ਅਰਥ ਹੁੰਦਾ ਨਾਸ ਕਰਨਾ, ਉਪਾਰਾ ਦਾ ਅਰਥ ਹੈ ਪੈਦਾ ਕਰਨਾ, ਪਦਾਇਸ਼ ਕਰਨੀ। ਕਈ ਜੰਤ, 1 2 4 ਨਹੀਂ, ਪਤਾ ਨਹੀਂ ਉਹ ਕਿੰਨੀ ਕੁ ਦੁਨੀਆ ਪੈਦਾ ਕਰ ਰਿਹਾ ਤੇ ਕਿੰਨੇ ਕੁ ਮਰ ਰਹੇ ਹਨ। ਦੂਸਰ ਹੋਆ ਨਾ ਕੋ ਹੋਈ। ਉਹਦੇ ਵਰਗਾ ਨਾ ਕੋਈ ਦੂਜਾ ਹੋਇਆ ਤੇ ਨਾ ਹੀ ਕੋਈ ਹੋ ਸਕਦਾ ਹੈ ਜੀ। ਜਪ ਨਾਨਕ ਪ੍ਰਭ ਏਕੋ ਸੋਈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਭਾਈ ਗੁਰਮੁਖ ਪਿਆਰਿਆ। ਉਸੇ